ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਾਰੇ ਵੀਰ ਭੈਣਾਂ ਨੂੰ ਸਵਾਗਤ ਹੈ ਜੀ ਤੁਹਾਡਾ ਆਨਲਾਈਨ ਗੁਰਮਤਿ ਕਲਾਸ ਵਿੱਚ। ਜਿਵੇਂ ਕਿ ਆਪ ਸਾਰਿਆਂ ਨੂੰ ਪਤਾ ਹੈ, ਅਸੀਂ ਕੁਝ ਦਿਨ ਤੋਂ ਜੈਤਸਰੀ ਕੀ ਵਾਰ ਦੀ ਵਿਚਾਰ ਆਰੰਭ ਕਰਕੇ ਜੈਤਸਰੀ ਕੀ ਵਾਰ ਵਿਚਾਰ ਕੇ ਜੀਵਨ ਜੁਗਤ ਸਿੱਖਣ ਦਾ ਯਤਨ ਕਰ ਰਹੇ ਹਾਂ। ਕੱਲ ਤੱਕ ਅਸੀਂ 3 ਪੌੜੀਆਂ ਦੀ ਵਿਚਾਰ ਸਾਂਝੀ ਕਰ ਚੁੱਕੇ ਹਾਂ। ਅੱਜ ਚੌਥੀ ਪੌੜੀ ਦੀ ਵਿਚਾਰ ਆਰੰਭ ਕਰਾਂਗੇ। ਇਸ ਪੌੜੀ ਦੇ ਨਾਲ ਜੋ ਸ਼ਲੋਕ ਨੇ ਉਹ ਵੀ ਸਾਹਿਬ ਸ੍ਰੀ ਗੁਰੂ ਅਰਜਨ ਪਾਤਸ਼ਾਹ ਜੀ ਦੇ ਉਚਾਰਨ ਕੀਤੇ ਹੋਏ ਹਨ। ਪਹਿਲਾ ਸ਼ਲੋਕ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 706 ਤੇ ਅੰਕਿਤ ਹੈ। ਸ਼ਲੋਕ ਕੁਟੰਬ ਜਤਨ ਕਰਨੰ ਮਾਇਆ ਅਨੇਕ ਉਦਮ ਹੈ, ਹਰ ਭਗਤ ਭਾਵਹੀਣੰ ਨਾਨਕ ਪ੍ਰਭ ਬਿਸਰਤ ਤੇ ਪ੍ਰੇਤ ਤਹਿ। ਕੁਟੰਬ ਜਤਨ ਕਰਨੰ ਮਨੁੱਖ ਆਪਣੇ ਪਰਿਵਾਰ ਵਾਸਤੇ ਯਤਨ ਕਰਦਾ ਹੈ। ਮਾਇਆ ਅਨੇਕ ਉਦਮ ਹੈ, ਇੱਥੇ ਮਾਇਆ ਦਾ ਮਤਲਬ ਹੈ ਧਨ ਦੌਲਤ ਆਦਿਕ। ਜੋ ਧਨ ਦੌਲਤ ਹੈ ਉਹਦੇ ਵਾਸਤੇ ਅਨੇਕਾਂ ਉਦਮ ਕਰਦਾ ਹੈ। ਮਨੁੱਖ ਆਪਣੇ ਟੱਬਰ ਪਾਲਣ ਵਾਸਤੇ ਕਈ ਕੋਸ਼ਿਸ਼ਾਂ ਕਰਦੇ ਨੇ ਔਰ ਮਾਇਆ ਦੀ ਖਾਤਰ ਅਨੇਕਾਂ ਉਪਾਅ ਕਰਦੇ ਨੇ। ਹੁਣ ਇੱਥੇ ਇਹਦਾ ਭਾਵ ਇਹ ਨਹੀਂ ਹੈ ਕਿ ਅਸੀਂ ਆਪਣੇ ਪਰਿਵਾਰ ਪਾਲਣ ਵਾਸਤੇ ਯਤਨ ਨਹੀਂ ਕਰਨਾ ਜਾਂ ਧਨ ਕਮਾਉਣ ਵਾਸਤੇ ਯਤਨ ਨਹੀਂ ਕਰਨਾ। ਪਰਿਵਾਰ ਪਾਲਣਾ ਜਾਂ ਧਨ ਕਮਾਉਣਾ ਗਲਤ ਹੈ, ਇੱਥੇ ਇਹ ਚੀਜ਼ ਨਹੀਂ ਸਮਝਾਈ ਜਾ ਰਹੀ। ਅਸਲ ਦੇ ਅੰਦਰ ਅਗਲੀ ਪੰਕਤੀ ਦੇ ਅੰਦਰ ਗੁਰਦੇਵ ਪਾਤਸ਼ਾਹ ਜੀ ਸਾਨੂੰ ਸਮਝਾ ਰਹੇ ਨੇ ਕਿ ਕਰਨਾ ਕੀ ਚਾਹੀਦਾ ਹੈ। ਤਾਂ ਪਹਿਲੀ ਪੰਕਤੀ ਨੂੰ ਫਿਰ ਸਰਵਣ ਕਰ ਲਓ। ਮਨੁੱਖ ਆਪਣੇ ਟੱਬਰ ਵਾਸਤੇ ਕਈ ਕੋਸ਼ਿਸ਼ਾਂ ਕਰਦੇ ਨੇ ਔਰ ਮਾਇਆ ਦੀ ਖਾਤਰ, ਪੈਸੇ ਦੀ ਖਾਤਰ ਅਨੇਕਾਂ ਯਤਨ ਕਰਦੇ ਨੇ। ਹਰ ਭਗਤ ਭਾਵਹੀਣੰ ਨਾਨਕ ਪ੍ਰਭ ਬਿਸਰਤ ਤੇ ਪ੍ਰੇਤ ਤਹਿ। ਭਗਤ ਭਾਵਹੀਣੰ ਦਾ ਮਤਲਬ ਪ੍ਰਭੂ ਦੀ ਪ੍ਰੇਮਾ ਭਗਤੀ ਤੋਂ ਸਖਣੇ, ਜਿਨ੍ਹਾਂ ਦੇ ਅੰਦਰ ਸ਼ੁਭ ਗੁਣ ਨਹੀਂ ਹਨ, ਜਿਨ੍ਹਾਂ ਦੇ ਅੰਦਰ ਸਚਿਆਰਤਾ ਦੀ ਭਾਵਨਾ ਨਹੀਂ, ਜਿਨ੍ਹਾਂ ਨੇ ਸ਼ੁਭ ਗੁਣਾਂ ਨੂੰ ਜ਼ਿੰਦਗੀ ਦਾ ਬੇਸ ਨਹੀਂ ਬਣਾਇਆ, ਪ੍ਰਭੂ ਦੀ ਸਿਫਤ ਸਲਾਹ ਨਹੀਂ। ਪ੍ਰਭ ਬਿਸਰਤ ਤੇ ਪ੍ਰੇਤ ਤਹਿ, ਪ੍ਰਭੂ ਦੇ ਵਿਸਰਨ ਕਰਕੇ। ਤੇ ਦਾ ਮਤਲਬ ਉਹ ਲੋਕ, ਪ੍ਰੇਤ ਤਹਿ ਦਾ ਮਤਲਬ ਉਹ ਲੋਕ ਪ੍ਰੇਤ ਨੇ, ਜਿੰਨ ਭੂਤ ਨੇ। ਯਾਨੀ ਪ੍ਰਭੂ ਦੀ ਸਿਫਤ ਸਲਾਹ ਦੀ ਤਾਂਘ ਤੋਂ ਸਖਣੇ ਜੋ ਜੀਵ ਰੱਬੀ ਗੁਣਾਂ ਨੂੰ ਵਿਸਾਰ ਦਿੰਦੇ ਨੇ, ਉਹ ਜੀਵ ਮਾਨੋ ਜਿੰਨ ਭੂਤ ਨੇ। ਤਾਂ ਇੱਥੇ ਸਾਨੂੰ ਸਮਝ ਆ ਗਈ ਕਿ ਪਰਿਵਾਰ ਪਾਲਣਾ ਹੈ, ਪੈਸਾ ਕਮਾਉਣਾ ਹੈ, ਲੇਕਿਨ ਬੇਸ ਜ਼ਿੰਦਗੀ ਦਾ ਸੱਚ ਹੋਣਾ ਚਾਹੀਦਾ ਹੈ। ਜੀਵਨ ਦੇ ਅੰਦਰ ਰੱਬੀ ਗੁਣ ਹੋਣੇ ਚਾਹੀਦੇ ਨੇ, ਮਨ, ਬਚਨ ਔਰ ਕਰਮ ਕਰਕੇ। ਪਰ ਜੇਕਰ ਇਨਸਾਨੀਅਤ ਨੂੰ ਭੁਲਾ ਦਿੱਤਾ ਹੈ, ਰੱਬੀ ਗੁਣਾਂ ਨੂੰ ਭੁਲਾ ਦਿੱਤਾ ਹੈ, ਰੱਬੀ ਹੁਕਮ ਤੋਂ ਬੰਦਾ ਉਲਟ ਹੈ, ਗੁਰੂ ਆਸ਼ੇ ਅਨੁਸਾਰ ਜ਼ਿੰਦਗੀ ਨਹੀਂ ਜੀ ਰਿਹਾ ਤੇ ਕੇਵਲ 2 ਨੰਬਰ ਦੇ ਧੰਦੇ ਕਰਕੇ ਪੈਸੇ ਕਮਾਉਂਦਾ ਹੈ, ਇਕੱਠੇ ਕਰਦਾ ਹੈ, ਜਾਂ ਲੋਕਾਂ ਨੂੰ ਦੁਖੀ ਕਰਕੇ ਆਪਣੇ ਪਰਿਵਾਰਾਂ ਨੂੰ ਪਾਲਦਾ, ਤਾਂ ਗੁਰੂ ਜੀ ਕਹਿੰਦੇ ਨੇ ਉਹ ਲੋਕ ਪ੍ਰੇਤ ਨੇ। ਅਸਲ ਦੇ ਅੰਦਰ ਉਹ ਲੋਕ ਪ੍ਰੇਤ ਨੇ। ਦੇਖੋ, ਇਸ ਪੰਕਤੀ ਰਾਹੀਂ ਸਾਡੀ ਇੱਕ ਹੋਰ ਸਮੱਸਿਆ ਵੀ ਹੱਲ ਹੁੰਦੀ ਹੈ ਕਿ ਪ੍ਰੇਤ ਕੌਣ ਨੇ। ਪ੍ਰਭ ਬਿਸਰਤ ਤੇ ਪ੍ਰੇਤ ਹੈ, ਜਿਨ੍ਹਾਂ ਨੇ ਰੱਬ ਨੂੰ ਵਿਸਾਰ ਦਿੱਤਾ ਹੈ, ਰੱਬੀ ਗੁਣਾਂ ਨੂੰ ਵਿਸਾਰ ਦਿੱਤਾ ਹੈ, ਉਹ ਲੋਕ ਹੀ ਪ੍ਰੇਤ ਨੇ। ਕਬੀਰ ਜਾ ਘਰ ਸਾਧ ਨਾ ਸੇਵੀਐ, ਹਰ ਕੀ ਸੇਵਾ ਨਾ ਹੈ, ਤੇ ਘਰ ਮਰ ਹਰ ਸਾਰਖੇ, ਭੂਤ ਵਸੈ ਤਿਨ ਮਾਹੇ। ਜਿਨ੍ਹਾਂ ਘਰਾਂ ਵਿੱਚ ਰੱਬੀ ਰਜ਼ਾ ਮੁਤਾਬਕ ਜੀਵਨ ਨਹੀਂ ਜੀਵਿਆ ਜਾਂਦਾ, ਜਿੱਥੇ ਪ੍ਰਭੂ ਦੀ ਸਿਫਤ ਸਲਾਹ ਨਹੀਂ ਹੈ, ਜਿੱਥੇ ਜੀਵਨ ਦਾ ਬੇਸ ਸੱਚ ਨਹੀਂ ਹੈ, ਉਹ ਘਰ ਮੜੀਆਂ ਵਰਗੇ ਨੇ ਔਰ ਉਹਨਾਂ ਦੇ ਅੰਦਰ ਵਸਣ ਵਾਲੇ ਜੋ ਲੋਕ ਨੇ ਉਹ ਭੂਤ ਨੇ। ਤਾਂ ਇੱਥੇ ਸਾਨੂੰ ਉਪਦੇਸ਼ ਕੀਤਾ ਜਾ ਰਿਹਾ ਹੈ ਕਿ ਪਰਿਵਾਰ ਨੂੰ ਪਾਲਣ ਲਈ ਜਾਂ ਪੈਸਾ ਜੋ ਹੈ ਕਮਾਉਣ ਵਾਸਤੇ ਰੱਬੀ ਗੁਣਾਂ ਨੂੰ ਨਹੀਂ ਭੁਲਾਣਾ, ਰੱਬੀ ਗੁਣਾਂ ਨੂੰ ਆਪਣੇ ਜੀਵਨ ਦਾ ਬੇਸ ਬਣਾਉਣਾ ਹੈ, ਸੱਚ ਨੂੰ ਆਧਾਰ ਬਣਾ ਕੇ ਜ਼ਿੰਦਗੀ ਜੀਣੀ ਹੈ। ਟੁੱਟੜਿਆ ਸਾ ਪ੍ਰੀਤ ਜੋ ਲਾਈ ਬਿਆਨ ਸਿਉ। ਟੁੱਟੜਿਆ ਦਾ ਮਤਲਬ ਟੁੱਟ ਗਈ, ਸਾ ਦਾ ਮਤਲਬ ਉਹ, ਬਿਆਨ ਦਾ ਮਤਲਬ ਕੋਈ ਹੋਰ, ਬਿਆਨ ਸਿਉ ਦਾ ਮਤਲਬ ਕਿਸੇ ਹੋਰ ਦੇ ਨਾਲ। ਜਿਹੜੀ ਪ੍ਰੀਤ ਰੱਬੀ ਗੁਣਾਂ ਨੂੰ ਛੱਡ ਕੇ ਕਿਸੇ ਹੋਰ ਨਾਲ ਲਾਈ ਜਾਂਦੀ ਹੈ, ਆਖਿਰ ਉਹ ਪ੍ਰੀਤ ਟੁੱਟ ਜਾਂਦੀ ਹੈ। ਦੇਖੋ, ਜੇ ਅਸੀਂ ਇਸ ਚੀਜ਼ ਨੂੰ ਦੁਨਿਆਵੀ ਤੌਰ ਤੇ ਵੇਖੀਏ, ਸਮਾਜਿਕ ਜ਼ਿੰਦਗੀ ਵਿੱਚ, ਪਰਿਵਾਰਕ ਜ਼ਿੰਦਗੀ ਵਿੱਚ, ਅਸੀਂ ਹੁਣ ਕਿਸੇ ਦੇ ਨਾਲ ਪਿਆਰ ਪ੍ਰੀਤ ਪਾਉਂਦੇ ਹਾਂ, ਰਿਸ਼ਤਾ ਬਣਾਉਂਦੇ ਹਾਂ, ਮਿੱਤਰਤਾ ਪਾਉਂਦੇ ਹਾਂ,
ਲੇਕਿਨ ਜੇ ਸਾਡੀ ਪ੍ਰੀਤ ਦਾ, ਮਿਲਵਰਤਨ ਦਾ ਬੇਸ ਸੱਚ ਨਹੀਂ, ਸੰਤੋਖ ਨਹੀਂ, ਦਇਆ ਨਹੀਂ, ਤਾਂ ਉਹ ਪ੍ਰੀਤ ਟੁੱਟ ਜਾਂਦੀ ਹੈ। ਉਹ ਰਿਸ਼ਤੇ ਟੁੱਟ ਜਾਂਦੇ ਨੇ, ਪਤੀ ਪਤਨੀ ਦੇ ਤਲਾਕ ਤੱਕ ਹੋ ਜਾਂਦੇ ਨੇ, ਭਰਾਵਾਂ ਭਰਾਵਾਂ ਦਾ ਵਿਰੋਧ ਹੋ ਜਾਂਦਾ ਹੈ, ਬੱਚੇ ਮਾਂ-ਬਾਪ ਤੋਂ ਦੂਰ ਔਰ ਮਾਂ-ਬਾਪ ਬੱਚਿਆਂ ਤੋਂ ਦੂਰ ਚਲੇ ਜਾਂਦੇ ਨੇ, ਮਿੱਤਰਤਾਵਾਂ ਟੁੱਟ ਜਾਂਦੀਆਂ ਨੇ। ਕਿਉਂ ਟੁੱਟ ਜਾਂਦੀਆਂ ਨੇ? ਔਗੁਣਾ ਕਰਕੇ। ਇਸ ਲਈ ਜੇ ਬੇਸ ਸੱਚ ਨਹੀਂ ਹੈ ਤਾਂ ਫਿਰ ਰਿਸ਼ਤੇ ਨਾਤੇ ਵੀ ਸਾਡੇ ਜੀਵਨ ਦੇ ਅੰਦਰ ਸੁਖ ਸ਼ਾਂਤੀ ਪੈਦਾ ਨਹੀਂ ਕਰਦੇ। ਤਾਂ ਗੁਰਦੇਵ ਪਾਤਸ਼ਾਹ ਸਮਝਾ ਰਹੇ ਨੇ, ਜਿਹੜੀ ਪ੍ਰੀਤ ਪ੍ਰਭੂ ਤੋਂ ਬਿਨਾ ਕਿਸੇ ਹੋਰ ਦੇ ਨਾਲ ਲਾਈ ਜਾਂਦੀ ਹੈ, ਆਖਿਰ ਉਹ ਪ੍ਰੀਤ ਹੰਢਣਸਾਰ ਨਹੀਂ ਹੁੰਦੀ, ਆਖਿਰ ਉਹ ਪ੍ਰੀਤ ਟੁੱਟ ਜਾਂਦੀ ਹੈ। ਨਾਨਕ ਸੱਚੀ ਰੀਤ ਸਾਈਂ ਸੇਤੀ ਰਤਿਆਂ। ਰੀਤ ਦਾ ਮਤਲਬ ਜੁਗਤੀ, ਸੱਚੀ ਦਾ ਮਤਲਬ ਸਦਾ ਕਾਇਮ ਰਹਿਣ ਵਾਲੀ, ਰੀਤ ਦਾ ਮਤਲਬ ਜੁਗਤ, ਰੀਤ ਦਾ ਮਤਲਬ ਮਰਿਆਦਾ, ਜੀਵਨ ਦਾ ਢੰਗ, ਰਤਿਆਂ ਦਾ ਮਤਲਬ ਜੇ ਰੱਤੇ ਰਹੀਏ, ਰੰਗੇ ਰਹੀਏ। ਹੇ ਨਾਨਕ, ਜੇ ਸਾਈਂ ਨਾਲ ਰੰਗੇ ਰਹੀਏ, ਰੱਬੀ ਗੁਣਾਂ ਦੇ ਨਾਲ ਜੇ ਰੰਗੇ ਰਹੀਏ, ਤਾਂ ਇਹ ਜੀਵਨ ਜੁਗਤ ਸਦਾ ਕਾਇਮ ਰਹਿਣ ਵਾਲੀ ਹੈ, ਇਹ ਜੀਵਨ ਦੀ ਜੁਗਤ ਸੱਚੀ ਹੈ। ਤਾਂ ਦੇਖੋ, ਸਾਡੇ ਜੀਵਨ ਦਾ ਜੋ ਗੋਲ ਹੈ, ਜਿਵੇਂ ਆਪਾਂ ਇੱਕ ਦਿਨ ਵਿਚਾਰ ਕੀਤੀ ਸੀ ਨਾ ਕਿ ਜੀਵਨ ਦਾ ਮਨੋਰਥ ਕੀ ਹੋਣਾ ਚਾਹੀਦਾ, ਤਾਂ ਕਿੰਨਾ ਸੋਹਣਾ ਮਨੋਰਥ ਗੁਰੂ ਪਾਤਸ਼ਾਹ ਜੀ ਸਾਨੂੰ ਦੇ ਰਹੇ ਨੇ ਕਿ ਸੱਚ ਨੂੰ ਆਧਾਰ ਬਣਾ ਕੇ ਜ਼ਿੰਦਗੀ ਜੀਣਾ, ਗੁਣਾਂ ਵਾਲਾ ਜੀਵਨ ਜੀਣਾ, ਇਹੀ ਜੀਵਨ ਦਾ ਮਨੋਰਥ ਹੋਣਾ ਚਾਹੀਦਾ। ਔਰ ਇਹੀ ਸੱਚੀ ਰੀਤ ਹੈ, ਇਹੀ ਸੱਚੀ ਮਰਿਆਦਾ ਹੈ, ਇਹੀ ਸੱਚਾ ਜੀਵਨ ਹੈ। ਇਸ ਤੋਂ ਉੱਤੇ ਜੀਵਨ ਦਾ ਕੋਈ ਢੰਗ ਨਹੀਂ ਕਿ ਸੱਚ ਨੂੰ ਆਧਾਰ ਬਣਾ ਕੇ ਜ਼ਿੰਦਗੀ ਜੀਵੋ, ਗੁਣਾਂ ਨੂੰ ਬੇਸ ਬਣਾ ਕੇ ਜੀਵਨ ਜੀਵੋ। ਸੱਚਾਈ ਹੈ, ਨਿਰਭੈਤਾ ਹੈ, ਨਿਰਵੈਰਤਾ ਹੈ, ਨਿਮਰਤਾ ਹੈ, ਸਹਿਨਸ਼ੀਲਤਾ ਹੈ, ਇਨਸਾਨੀਅਤ ਹੈ, ਪਿਆਰ ਹੈ, ਮੁਹੱਬਤ ਹੈ। ਇਹ ਅਸਲੀ ਜੀਵਨ ਹੈ, ਇਹ ਅਸਲੀ ਜੀਵਨ ਦਾ ਢੰਗ ਹੈ। ਜਿਨ੍ਹਾਂ ਦੇ ਜੀਵਨ ਵਿੱਚ ਇਹ ਸ਼ੁਭ ਗੁਣ ਨੇ, ਉਹਨਾਂ ਦੇ ਜੀਵਨ ਦੇ ਅੰਦਰ ਕਦੇ ਵੀ ਅਸ਼ਾਂਤੀ ਨਹੀਂ ਆਉਂਦੀ, ਉਹ ਰਿਸ਼ਤੇ ਨਾਤੇ ਕਦੇ ਟੁੱਟਦੇ ਨਹੀਂ, ਉਹ ਪਰਿਵਾਰ ਕਦੇ ਬਿਖਰਦੇ ਨਹੀਂ। ਤੇ ਜੇ ਬਾਕੀ ਹੋਰ ਸਾਰੇ ਕੋਰਸ ਕੀਤੇ ਹੋਣ, ਟੇਬਲ ਮੈਨਰ ਦਾ ਪਤਾ ਹੋਵੇ, ਪਰਸਨੈਲਿਟੀ ਡਿਵੈਲਪਮੈਂਟ ਦੇ ਕੋਰਸ ਕੀਤੇ ਹੋਣ ਕਿ ਕੱਪੜੇ ਕਿਵੇਂ ਪਾਣੇ ਨੇ, ਕਿਸੇ ਨੂੰ ਹੱਥ ਕਿਵੇਂ ਮਿਲਾਣਾ ਹੈ, ਇਹ ਸਾਰਾ ਕੁਝ ਪਤਾ ਹੋਏ, ਲੇਕਿਨ ਅੰਦਰ ਮਾਨਸਿਕਤਾ ਵਿੱਚ ਗੁਣ ਨਾ ਹੋਣ, ਮਾਨਸਿਕਤਾ ਵਿੱਚ ਇਨਸਾਨੀਅਤ ਨਾ ਹੋਏ, ਤਾਂ ਇਹ ਬਾਹਰ ਦੇ ਜਿਹੜੇ ਵਿਖਾਵੇ ਨੇ ਉਹ ਕਦੇ ਵੀ ਰਿਸ਼ਤਿਆਂ ਨਾਤਿਆਂ ਨੂੰ ਔਰ ਪਿਆਰ ਪ੍ਰੀਤ ਨੂੰ ਬਚਾ ਨਹੀਂ ਸਕਦੇ। ਉਹ ਪਿਆਰ, ਉਹ ਪ੍ਰੀਤ, ਉਹ ਰਿਸ਼ਤੇ ਟੁੱਟ ਜਾਂਦੇ ਨੇ। ਇਸ ਲਈ ਸੱਚੀ ਜੀਵਨ ਦੀ ਜੁਗਤੀ ਇਹੀ ਹੈ, ਰੱਬੀ ਗੁਣਾਂ ਦੇ ਨਾਲ ਬੰਦਾ ਰੰਗਿਆ ਰਹੇ। ਪੌੜੀ। ਜਿਸ ਬਿਸਰਤ ਤਨ ਭਸਮ ਹੋਏ, ਕਹਤੇ ਸਭ ਪ੍ਰੇਤ। ਇੱਥੇ ਬਿਸਰਤ ਦਾ ਮਤਲਬ ਵਿਛੜਨਾ ਹੈ, ਵਿਛੜਨਾ। ਜਿਸ ਬਿਸਰਤ ਦਾ ਮਤਲਬ ਜੀਵਨ ਵਿਛੜਨ ਦੇ ਨਾਲ ਜਦੋਂ ਜਾਨ ਨਿਕਲ ਜਾਂਦੀ ਹੈ, ਮੌਤ ਆ ਜਾਂਦੀ ਹੈ। ਤਨ ਭਸਮ ਹੋਏ, ਤਨ ਸਵਾਹ ਹੋ ਜਾਂਦਾ ਹੈ। ਕਹਤੇ ਸਭ ਪ੍ਰੇਤ ਦਾ ਮਤਲਬ ਸਾਰੇ ਅਪਵਿੱਤਰ ਕਹਿਣ ਲੱਗ ਜਾਂਦੇ ਨੇ ਕਿ ਇਹ ਦੇਹ ਹੀ ਅਪਵਿੱਤਰ ਹੈ। ਇੱਥੇ ਪ੍ਰੇਤ ਦਾ ਮਤਲਬ ਹੈਗਾ ਅਪਵਿੱਤਰ। ਜਦੋਂ ਆਪ ਮਹਾਨ ਕੋਸ਼ ਪੜੋਗੇ, ਭਾਈ ਸਾਹਿਬ ਸਿੰਘ ਜੀ ਦਾ ਟੀਕਾ ਤਾਂ ਇੱਥੇ ਸਾਨੂੰ ਸਾਹਮਣੇ ਦੱਸ ਹੀ ਰਿਹਾ ਹੈ ਕਿ ਪ੍ਰੇਤ ਦਾ ਮਤਲਬ ਇੱਥੇ ਅਪਵਿੱਤਰ ਹੈ। ਤਾਂ ਜਦੋਂ ਜਾਨ ਨਿਕਲ ਜਾਂਦੀ ਹੈ, ਤਨ ਭਸਮ ਹੋ ਜਾਂਦਾ ਹੈ, ਮਰ ਜਾਂਦਾ ਹੈ, ਮੌਤ ਹੋ ਜਾਂਦੀ ਹੈ। ਕਹਤੇ ਸਭ ਪ੍ਰੇਤ, ਤੇ ਸਾਰੇ ਇਹ ਕਹਿਣ ਲੱਗ ਜਾਂਦੇ ਨੇ ਕਿ ਇਹ ਅਪਵਿੱਤਰ ਹੋ ਗਿਆ। ਫਿਰ ਮੁਰਦੇ ਨੂੰ ਕੋਈ ਹੱਥ ਲਾਣਾ ਨਹੀਂ ਚਾਹੁੰਦਾ, ਔਰ ਜਿਹੜੇ ਹੱਥ ਲਾਉਂਦੇ ਨੇ, ਇਸ਼ਨਾਨ ਆਦਿ ਕਰਾਉਂਦੇ ਨੇ, ਮ੍ਰਿਤਕ ਦੇਹ ਨੂੰ ਚੁੱਕ ਕੇ ਇੱਕ ਜਗ੍ਹਾ ਦੂਜੀ ਜਗ੍ਹਾ ਰੱਖਦੇ ਨੇ, ਉਹ ਫਿਰ ਆਪਣੇ ਹੱਥ ਪੈਰ ਧੋਂਦੇ ਨੇ। ਪਹਿਲਾਂ ਤਾਂ ਰਿਵਾਜ ਸੀ, ਲੋਕ ਨਹਾਉਂਦੇ ਸੀ ਸਣੇ ਕੱਪੜਿਆਂ, ਕੱਪੜੇ ਵੀ ਮਤਲਬ ਉਤਾਰ ਕੇ ਧੋ ਲੈਂਦੇ ਸੀ। ਜਦੋਂ ਅੰਤਮ ਸੰਸਕਾਰ ਕਰਕੇ ਆਉਂਦੇ ਸੀ ਨਾ, ਮੈਂ ਛੋਟਾ ਜਿਹਾ ਹੁੰਦਾ ਸੀ ਉਦੋਂ, ਤੇ ਦੇਖੀਦਾ ਸੀ ਜੇ ਕਿਸੇ ਨੇ ਮਰ ਜਾਣਾ ਤਾਂ ਲੋਕ ਜਿਹੜੇ ਬੰਦੇ ਨੇ ਉਹ ਤੇ ਬਾਹਰ ਖੂਹਾਂ ਤੇ ਨਹਾਉਂਦੇ ਸੀ, ਤੇ ਔਰਤਾਂ ਆਣ ਕੇ ਘਰ ਨਹਾਉਂਦੀਆਂ ਸੀ, ਔਰ ਕੱਪੜਿਆਂ ਸਮੇਤ ਹੀ ਕਈ ਵਾਰ ਨਹਾ ਲੈਣਾ ਜਾਂ ਉਹਨਾਂ ਕੱਪੜਿਆਂ ਨੂੰ ਧੋ ਲੈਣਾ। ਲੋਕ ਕੱਪੜੇ ਵੀ ਧੋ ਲੈਂਦੇ ਸੀ, ਕਿਉਂਕਿ ਅਪਵਿੱਤਰ ਸਮਝਦੇ ਸੀ ਕਿ ਮਰਨ ਦੇ ਨਾਲ ਘਰ ਦੇ ਅੰਦਰ ਅਪਵਿੱਤਰਤਾ ਆ ਗਈ ਹੈ, ਜਿਹਨੂੰ ਪਾਤਕ ਕਿਹਾ ਜਾਂਦਾ ਸੀ। ਜਿਵੇਂ ਜਨਮ ਸਮੇਂ ਸੂਤਕ ਅੰਦਰ ਆ ਕੇ ਅਪਵਿੱਤਰ ਹੋ ਗਿਆ, ਅਪਵਿੱਤਰ, ਐਵੇਂ ਮਰਨ ਦੇ ਨਾਲ ਅਪਵਿੱਤਰਤਾ ਆ ਗਈ। ਲੋਕ ਉਸ ਘਰ ਦੇ ਵਿੱਚ ਰੋਟੀ ਪਾਣੀ ਤੱਕ ਨਹੀਂ ਸੀ ਖਾਂਦੇ। ਅੱਜ ਤਾਂ ਇਹ ਚੀਜ਼ਾਂ ਹੌਲੀ ਹੌਲੀ ਖਤਮ ਹੋ ਰਹੀਆਂ ਨੇ। ਤਾਂ ਗੱਲ ਇੱਥੇ ਹੈ ਕਿ ਜਿਸ ਤਨ ਨੂੰ ਅਸੀਂ ਮਹਾਨ ਸਮਝਦੇ ਰਹੇ, ਜਦੋਂ ਉਹ ਮ੍ਰਿਤਕ ਹੋ ਜਾਂਦਾ ਹੈ ਤਾਂ ਸਾਰੇ ਲੋਕ ਉਹਨੂੰ ਅਪਵਿੱਤਰ ਕਹਿਣ ਲੱਗ ਜਾਂਦੇ ਨੇ। ਖਿਨ ਗ੍ਰਹਿ ਮੈਂ ਬਸਨ ਨਾ ਦੇਵਹੀਂ, ਜਿਨਸੋਂ ਸੋਈ ਹੇਤ। ਸੋਈ ਹੇਤ ਦਾ ਮਤਲਬ ਬਹੁਤ ਜ਼ਿਆਦਾ ਪਿਆਰ ਸੀ,
ਜਿਨ੍ਹਾਂ ਸੰਬੰਧੀਆਂ ਦੇ ਨਾਲ ਇੰਨਾ ਪਿਆਰ ਹੁੰਦਾ ਹੈ, ਉਹ ਇੱਕ ਪਲ ਲਈ ਵੀ ਫਿਰ ਇਹਨੂੰ ਘਰ ਨਹੀਂ ਰਹਿਣ ਦਿੰਦੇ। ਜਿਨ੍ਹਾਂ ਦੇ ਨਾਲ ਇੰਨਾ ਪਿਆਰ ਸੀ, ਉਹਨਾਂ ਨੇ ਘਰ ਨਹੀਂ ਰਹਿਣ ਦੇਣਾ। ਔਰ ਦੇਖੋ, ਘਰ ਰੱਖਿਆ ਵੀ ਨਹੀਂ ਜਾ ਸਕਦਾ, ਮਜਬੂਰੀ ਹੈ, ਕਿਉਂਕਿ ਲਾਸ਼ ਨੇ ਦੂਜੇ ਤੀਜੇ ਦਿਨ ਬਦਬੂ ਮਾਰਨ ਲੱਗ ਜਾਣਾ, ਉਹਦੇ ਚ ਕੀੜੇ ਪੈ ਜਾਣੇ ਨੇ, ਉਹ ਬਿਮਾਰੀ ਦਾ ਕਾਰਨ ਬਣੇਗਾ, ਉਹਨੂੰ ਹੁਣ ਉੱਥੋਂ ਕੱਢਣਾ ਹੀ ਪੈਣਾ। ਤੇ ਘਰ ਵਾਲੇ ਵੀ ਕਹਿੰਦੇ ਨੇ ਵੀ ਜਿੰਨੀ ਜਲਦੀ ਅੰਤਮ ਸੰਸਕਾਰ ਹੋ ਜਾਏ ਠੀਕ ਹੈ, ਫਿਰ ਬਾਅਦ ਦੇ ਵਿੱਚ ਲੰਗਰ ਪ੍ਰਸ਼ਾਦਾ ਵੀ ਛਕਣਾ। ਤਾਂ ਹੁਣ ਇੱਥੇ ਦੇਖੋ, ਸਾਨੂੰ ਇਸ ਚੀਜ਼ ਸਮਝਾਈ ਜਾ ਰਹੀ ਹੈ। ਪਹਿਲੀ ਗੱਲ, ਜਿੱਥੇ ਧਨ ਆਦਿਕ ਦੀ ਗੱਲ ਸੀ, ਕੁਟੰਬ ਦੀ ਗੱਲ ਸੀ, ਕਿ ਜਿਸ ਪਰਿਵਾਰ ਵਾਸਤੇ ਤੂੰ ਇੰਨੇ ਯਤਨ ਕਰਕੇ ਠੱਗੀਆਂ ਠੋਰੀਆਂ ਮਾਰਦਾ ਹੈ, ਤੇਰੇ ਸਰੀਰ ਨੂੰ ਤਾਂ ਉਹਨਾਂ ਨੇ ਇੱਕ ਪਲ ਵਿੱਚ ਕੱਢ ਦੇਣਾ, ਮੌਤ ਤੇਰੀ ਹੋ ਜਾਣੀ ਹੈ, ਸਰੀਰ ਦੀ ਵੈਲਿਊ ਖਤਮ ਹੋ ਜਾਣੀ ਹੈ। ਇਸ ਲਈ ਠੱਗੀਆਂ ਠੋਰੀਆਂ ਨਾ ਮਾਰ, ਰੱਬ ਦੇ ਗੁਣਾਂ ਨੂੰ ਨਾ ਭੁਲਾ, ਰੱਬੀ ਗੁਣਾਂ ਨੂੰ ਹਮੇਸ਼ਾ ਯਾਦ ਰੱਖ। ਜਦੋਂ ਤੱਕ ਜ਼ਿੰਦਗੀ ਹੈ, ਉਦੋਂ ਤੱਕ ਸੱਚ ਨੂੰ ਆਧਾਰ ਬਣਾ ਕੇ ਜ਼ਿੰਦਗੀ ਜੀ। ਅਗਲਾ ਬਚਨ ਕਰਦੇ ਨੇ, ਕਰ ਅਨਰਥ ਦਰਬ ਸੰਚਿਆ ਸੋ ਕਾਰਜ ਕੀਤ। ਇਹ ਸ਼ਬਦ ਨੂੰ ਅਨਰਥ ਨਹੀਂ ਪੜਨਾ, ਇਸ ਦਾ ਉਚਾਰਨ ਕਰਨਾ ਹੈ ਅਨਰਥ। ਅਨਰਥ ਦਾ ਮਤਲਬ ਮੰਦੇ ਕੰਮ ਕਰਕੇ, ਲਾਲਚ, ਲੋਭ, 2 ਨੰਬਰ ਦੇ ਧੰਦੇ, ਠੱਗੀਆਂ, ਫਰੇਬ। ਦਰਬ ਸੰਚਿਆ ਦਾ ਮਤਲਬ ਜੋ ਧਨ ਇਕੱਠਾ ਕੀਤਾ। ਕਾਰਜ ਕੀਤ ਦਾ ਮਤਲਬ ਕਿਸ ਕੰਮ। ਪਾਪ ਕਰ ਕਰਕੇ ਧਨ ਇਕੱਠਾ ਕਰਦਾ ਰਿਹਾ, ਪਰ ਹੁਣ ਜਿੰਦ ਦੇ ਕਿਸ ਕੰਮ, ਤੇਰੇ ਹੁਣ ਕਿਸ ਕੰਮ ਹੋ। ਤੈਨੂੰ ਤਾਂ ਕਫਨ ਮਿਲਣਾ ਹੈ, ਤੇ ਉਸ ਕਫਨ ਦੀ ਵੀ ਜੇਬ ਨਹੀਂ ਹੁੰਦੀ, ਤੇ ਕਫਨ ਲੈਣ ਲੱਗ ਗਿਆ, ਫਿਰ ਲੋਕ ਕਹਿੰਦੇ ਨੇ ਐਡੇ ਮਹਿੰਗੇ ਦਾ ਕੀ ਕਰਨਾ, ਸਾੜੀ ਜਾਣ, ਲੋਈ ਉੱਤੇ ਪਾਣੀ ਹੈ ਤਾਂ ਸਸਤੀ ਲੈ ਲਓ, ਸਾੜੀ ਜਾਣੀ ਹੈ। ਤਾਂ ਤੇਰੇ ਕਿਸ ਕੰਮ ਹੋ। ਮਤਲਬ ਫਿਰ ਇੱਥੇ ਉਹੀ ਹੈ ਕਿ ਧਨ ਸਾਨੂੰ ਚਾਹੀਦਾ ਹੈ, ਹਰ ਇਨਸਾਨ ਨੂੰ ਪੈਸਾ ਚਾਹੀਦਾ ਹੈ। ਪੈਸੇ ਤੋਂ ਬਿਨਾਂ ਰੋਟੀ ਪਾਣੀ, ਕੱਪੜਾ, ਮਕਾਨ ਦੀਆਂ ਲੋੜਾਂ ਪੂਰੀਆਂ ਨਹੀਂ ਹੁੰਦੀਆਂ। ਇਹ ਜ਼ਰੂਰੀ ਹੈ, ਸਾਡੀ ਲੋੜ ਹੈ। ਅਸੀਂ ਕੰਮ ਕਰਨਾ ਹੈ, ਪੈਸਾ ਕਮਾਣਾ ਹੈ, ਕਿਰਤ ਕਰਨੀ ਹੈ। ਕਿਰਤ ਧਰਮ ਦਾ ਪਹਿਲਾ ਸਿਧਾਂਤ ਹੈ। ਲੇਕਿਨ 2 ਨੰਬਰ ਦੇ ਧੰਦੇ ਨਹੀਂ ਕਰਨੇ, 2 ਨੰਬਰ ਦੇ ਧੰਦੇ ਨਹੀਂ ਕਰਨੇ, ਠੱਗੀਆਂ ਨਹੀਂ ਮਾਰਨੀਆਂ, ਕਿਸੇ ਨੂੰ ਤਕਲੀਫ ਨਾ ਹੋਏ। ਤਾਂ ਗੁਰੂ ਜੀ ਕਹਿੰਦੇ ਨੇ, ਜਿਹੜੇ ਪਾਪ ਕਰ ਕਰਕੇ ਇਕੱਠਾ ਕੀਤਾ, ਜਿਹੜੇ ਇਹਨੇ ਲੋਕਾਂ ਨੂੰ ਦੁਖੀ ਕੀਤਾ, ਹੁਣ ਤੇਰੇ ਕਿਸ ਕੰਮ ਹੈ, ਉਹ ਕਿਸੇ ਕੰਮ ਦਾ ਨਹੀਂ ਹੈ। ਜੈਸਾ ਬੀਜੈ ਸੋ ਲੁਣੈ, ਕਰਮ ਇਹ ਖੇਤ। ਕਰਮ ਖੇਤ ਦਾ ਮਤਲਬ ਕਰਮਾਂ ਦਾ ਖੇਤ, ਇਹ ਦਾ ਮਤਲਬ ਇਹ ਸਰੀਰ, ਲੁਣੇ ਦਾ ਮਤਲਬ ਵੱਢਦਾ ਹੈ। ਮਨੁੱਖ ਜਿਹੋ ਜਿਹਾ ਬੀਜਦਾ ਤੇਹੋ ਜਿਹਾ ਹੀ ਵੱਢਦਾ ਹੈ। ਇਹ ਜੀਵਨ ਕਰਮਾਂ ਦਾ ਖੇਤ ਹੈ। ਜਿਵੇਂ ਕਿਸੇ ਖੇਤ ਵਿੱਚ ਜਿਹੜਾ ਬੀਜ ਬੀਜੀਏ ਉਹੀ ਉਗਦਾ ਹੈ। ਕਣਕ ਬੀਜੋਗੇ ਕਣਕ, ਚਣੇ ਬੀਜੋਗੇ ਚਣੇ, ਜੌਂ ਬੀਜੋਗੇ ਜੌਂ, ਬਾਜਰਾ ਬੀਜੋਗੇ ਬਾਜਰਾ। ਜੋ ਬੀਜੋਗੇ ਉਹੀ ਉਗੇਗਾ, ਉਹੀ ਵੱਢੋਗੇ। ਇਸੇ ਤਰ੍ਹਾਂ ਸਾਡੇ ਮਨ ਮਸਤਿਕ ਦੇ ਅੰਦਰ ਜੋ ਅਸੀਂ ਸੋਚਾਂਗੇ, ਬੋਲਾਂਗੇ, ਸਾਡੇ ਅੰਦਰ ਸੰਸਕਾਰ ਪੈਦਾ ਹੋਣਗੇ। ਸੰਸਕਾਰ ਸਾਡਾ ਸੁਭਾਅ ਬਣਾਉਣਗੇ। ਉਹ ਸੁਭਾਅ ਮੁਤਾਬਕ ਅਸੀਂ ਜ਼ਿੰਦਗੀ ਜੀਵਾਂਗੇ। ਜੈਸਾ ਅਸੀਂ ਬਿਹੇਵੀਅਰ ਕਰਾਂਗੇ, ਜੈਸਾ ਅਸੀਂ ਸੋਚਾਂਗੇ, ਵੈਸਾ ਹੀ ਸਾਨੂੰ ਫਲ ਮਿਲੇਗਾ, ਵੈਸਾ ਹੀ ਫਲ ਮਿਲੇਗਾ। ਹੁਣ ਮੰਨ ਲਓ ਕੋਈ ਬੰਦਾ ਹਰ ਵਕਤ ਨੈਗੇਟਿਵ ਸੋਚਦਾ ਹੈ, ਤਾਂ ਉਹ ਇਕੱਲਾ ਬੈਠਾ ਨੈਗੇਟਿਵ ਸੋਚੀ ਜਾ ਰਿਹਾ, ਤੇ ਨੈਗੇਟਿਵ ਦਾ ਫਲ ਉਹਨੂੰ ਕੀ ਮਿਲ ਰਿਹਾ, ਪਰੇਸ਼ਾਨ ਹੋ ਰਿਹਾ ਹੈ, ਮਨੋਰੋਗਾਂ ਦਾ ਸ਼ਿਕਾਰ ਹੋ ਰਿਹਾ ਹੈ, ਡਿਪਰੈਸ਼ਨ ਵਿੱਚ ਜਾ ਰਿਹਾ ਹੈ, ਐਵੇਂ ਹੀ ਸੜੀ ਜਾ ਰਿਹਾ ਹੈ, ਇਕੱਲਾ ਬੈਠਾ ਹੀ। ਇੱਕ ਬੰਦਾ ਹੈ ਪੋਜ਼ਿਟਿਵ ਸੋਚਦਾ ਹੈ, ਤਾਂ ਉਹਦਾ ਫਲ ਉਹਨੂੰ ਮਿਲ ਰਿਹਾ ਹੈ ਕਿ ਉਹ ਪੋਜ਼ਿਟਿਵ ਹੈ, ਉਹ ਖੁਸ਼ ਹੈ, ਉਹਨੂੰ ਇਸ ਜੀਵਨ ਦੇ ਅੰਦਰ, ਸੰਸਾਰ ਵਿੱਚ ਖੁਸ਼ਹਾਲੀ ਦਿਸ ਰਹੀ ਹੈ, ਉਹਨੂੰ ਇਸ ਜੀਵਨ ਦੇ ਅੰਦਰ ਤਰੱਕੀ ਦਿਸਦੀ ਹੈ ਪਈ, ਵਿਸ਼ਾਲਤਾ ਨਜ਼ਰੀ ਪੈ ਰਹੀ ਹੈ। ਤਾਂ ਜਿਹੋ ਜਿਹਾ ਕੋਈ ਸੋਚੇਗਾ ਵੈਸਾ ਫਲ ਮਿਲੇਗਾ। ਜਿਹੋ ਜਿਹੇ ਅਸੀਂ ਬੋਲਾਂਗੇ, ਚੰਗੇ ਜਾਂ ਮਾੜੇ, ਵੈਸਾ ਹੀ ਸਾਨੂੰ ਫਲ ਮਿਲੇਗਾ। ਜੈਸੇ ਅਸੀਂ ਕਰਮ ਕਰਾਂਗੇ, ਵੈਸਾ ਹੀ ਸਾਡੇ ਕਰਮਾਂ ਦਾ ਰਿਜ਼ਲਟ ਨਿਕਲੇਗਾ, ਚੰਗਾ ਜਾਂ ਮਾੜਾ। ਹੁਣ ਚੁਆਇਸ ਸਾਡੀ ਆਪਣੀ ਹੈ ਬੰਦੇ ਦੀ, ਕਿ ਮੈਂ ਪਿਆਰ, ਮੁਹੱਬਤ, ਸਤਿਕਾਰ ਔਰ ਸੁਖ ਚਾਹਨਾ, ਤਾਂ ਫਿਰ ਮੈਨੂੰ ਸਤ, ਸੰਤੋਖ, ਦਇਆ, ਧਰਮ ਆਦਿਕ ਦੇ ਗੁਣਾਂ ਨੂੰ ਅਪਣਾਉਣਾ ਚਾਹੀਦਾ ਹੈ। ਤੇ ਜੇ ਮੈਂ ਦੁੱਖ ਚਾਹਨਾ ਹਾਂ, ਤਾਂ ਮੈਨੂੰ ਪਤਾ ਹੀ ਉਹ ਜ਼ਿੰਦਗੀ ਮੇਰੀ ਚੱਲ ਹੀ ਰਹੀ ਹੈ, ਫਿਰ ਵਿਕਾਰਾਂ ਵਿੱਚ ਚੱਲ ਰਹੀ ਹੈ। ਇਸ ਲਈ ਗੁਰੂ ਜੀ ਕਹਿੰਦੇ ਨੇ, ਪਿਆਰਿਓ, ਇਸ ਸੰਸਾਰ ਦੇ ਅੰਦਰ, ਜੀਵਨ ਵਿੱਚ ਜੋ ਅਸੀਂ ਕੰਮ ਕਰਦੇ ਹਾਂ, ਉਹਦਾ ਹੀ ਸਾਨੂੰ ਪ੍ਰਤੀਫਲ ਮਿਲਦਾ ਹੈ। ਇਸ ਲਈ 2 ਨੰਬਰ ਦੇ ਧੰਦਿਆਂ ਦਾ ਕੋਈ ਲਾਭ ਨਹੀਂ ਹੈ, ਉਹਦੇ ਨਾਲ ਸੁੱਖ ਨਹੀਂ, ਸ਼ਾਂਤੀ ਨਹੀਂ, ਸਮਾਜ ਵਿੱਚ ਵੀ ਦੁੱਖ ਫੈਲਦਾ ਹੈ, ਆਪਣੇ ਜੀਵਨ ਵਿੱਚ ਵੀ। ਅਕਿਰਤ ਕਣਾ ਹਰ ਵਿਸਰਿਆ, ਜੋਨੀ ਪਰਮੇਤ।
ਅਕਿਰਤ ਘਣ ਕਿਹਨੂੰ ਕਹਿੰਦੇ ਨੇ? ਜੋ ਮਨੁੱਖ ਕੀਤੇ ਉਪਕਾਰ ਨੂੰ ਭੁਲਾ ਦਿੰਦਾ ਹੈ, ਜੋ ਕਿਸੇ ਦੇ ਕੀਤੇ ਨੂੰ ਨਹੀਂ ਜਾਣਦਾ, ਕੀਤੇ ਉਪਕਾਰ ਨੂੰ ਭੁਲਾਦਾ ਹੈ, ਉਹਨੂੰ ਅਕਿਰਤ ਘਣ ਕਿਹਾ ਜਾਂਦਾ ਹੈ। ਜਿਹੜਾ ਕਿਸੇ ਦੇ ਕੀਤੇ ਉਪਕਾਰ ਨੂੰ ਭੁਲਾ ਦੇਵੇ। ਅਕਿਰਤ ਘਣਾ ਹਰ ਵਿਸਰਿਆ। ਹੁਣ ਜਿਹੜੇ ਕੀਤੇ ਉਪਕਾਰ ਨੂੰ ਭੁਲਾਉਣ ਵਾਲੇ ਨੇ, ਉਹਨਾਂ ਨੂੰ ਰੱਬ ਭੁੱਲਿਆ ਪਿਆ, ਰੱਬ ਦੇ ਗੁਣ ਭੁੱਲੇ ਪਏ ਨੇ। ਦਾਤ ਪਿਆਰੀ ਵਿਸਰਿਆ ਦਾਤਾਰਾ। ਦਾਤਾਂ ਦੇਣ ਵਾਲਾ ਦਾਤਾ ਭੁੱਲ ਗਿਆ, ਦਾਤਾਂ ਪਿਆਰੀਆਂ ਨੇ। ਹੁਣ ਇਹ ਭੁੱਲ ਗਿਆ ਕਿ ਜਿਸ ਨੂੰ ਮੈਂ ਰੱਬ ਕਹਿ ਰਿਹਾ ਹਾਂ, ਜਿਹਦੀ ਮੈਂ ਪੂਜਾ ਕਰ ਰਿਹਾ, ਜਿਹਦੇ ਮੈਂ ਹੁਕਮ ਵਿੱਚ ਤੁਰਨਾ ਚਾਹੁੰਦਾ, ਜਿਹਦਾ ਦਿੱਤਾ ਸਭ ਕੁਝ ਖਾ ਰਿਹਾ, ਉਹ ਤੇ ਮੈਨੂੰ ਭੁੱਲਿਆ ਹੋਇਆ ਹੈ। ਮਿਸਾਲ ਵਜੋਂ ਜੇ ਅਸੀਂ ਇਸ ਚੀਜ਼ ਨੂੰ ਪਿਆਰ ਨਾਲ ਸਮਝਣਾ ਹੋਵੇ ਤਾਂ ਸਾਡਾ ਰੱਬ ਕਿਹੜਾ ਹੈ? ਇੱਕ ਓੰਕਾਰ ਤੋਂ ਲੈ ਕੇ ਗੁਰਪ੍ਰਸਾਦ ਤੱਕ ਜੋ ਗੁਣ ਬਿਆਨ ਕੀਤੇ ਨੇ। ਇੱਕ ਓੰਕਾਰ ਦਾ ਮਤਲਬ ਕਿ ਇੱਕ ਹੀ ਪਸਰਿਆ ਹੋਇਆ। ਤੇ ਹੁਣ ਬੰਦਾ ਇਸ ਚੀਜ਼ ਨੂੰ ਭੁੱਲ ਗਿਆ ਨਾ, ਇੱਕ ਹੀ ਪਸਰਿਆ ਹੋਇਆ। ਇਹ ਮੰਨੀ ਬੈਠਾ ਹੈ ਕਿ ਕਿਤੇ ਉੱਤੇ ਰੱਬ ਵੱਖਰਾ ਬੈਠਾ ਹੈ। ਇਹ ਇੱਕ ਨੂੰ ਭੁੱਲ ਕੇ ਜਾਤਾਂ ਮੰਨੀ ਬੈਠਾ ਹੈ ਕਿ ਫਲਾਂ ਬੰਦਾ ਫਲਾਂ ਜਾਤ ਦਾ, ਫਲਾਂ ਬੰਦਾ ਫਲਾਂ ਜਾਤ ਦਾ, ਜਦੋਂ ਕਿ ਗੁਰੂ ਜੀ ਕਹਿੰਦੇ ਨੇ ਜਾਣੋ ਜੋਤ ਨਾ ਪੁੱਛੋ ਜਾਤੀ। ਸਤਨਾਮ ਰੱਬ ਦਾ ਨਾਮ ਹੈ, ਸੱਚ। ਤੇ ਬੰਦਾ ਸੱਚ ਨੂੰ ਭੁੱਲਿਆ ਪਿਆ ਨਾ। ਕਰਤਾ ਪੁਰਖ ਚੰਗੀ ਕਿਰਤ ਨੂੰ ਭੁੱਲ ਗਿਆ। 2 ਨੰਬਰ ਦੇ ਧੰਦੇ ਜਿਹੜਾ ਕਰਦਾ ਉਹ ਕਿਰਤ ਨੂੰ, ਕਰਤੇ ਨੂੰ ਭੁੱਲਿਆ ਪਿਆ ਨਾ। ਨਿਰਭਉ ਤਾਂ ਜਿਹੜਾ ਡਰ ਰਿਹਾ ਹੈ, ਡਰਾ ਰਿਹਾ ਹੈ, ਜ਼ੁਲਮ ਕਰ ਰਿਹਾ ਹੈ, ਨਿਰਭਉ ਨੂੰ ਭੁੱਲਿਆ ਹੋਇਆ ਨਾ। ਨਿਰਵੈਰ ਰੱਬ ਵੈਰ ਤੋਂ ਰਹਿਤ ਹੈ, ਪਿਆਰ ਦਾ ਮੁਜੱਸਮਾ ਹੈ। ਤੇ ਬੰਦਾ ਨਿਰਵੈਰ ਨੂੰ ਭੁੱਲਿਆ ਹੋਇਆ ਨਾ। ਜਿਹਨੇ ਨਿਰਵੈਰਤਾ ਦਾ ਗੁਣ ਬਖਸ਼ਿਸ਼ ਕੀਤਾ ਹੈ, ਉਹਨੂੰ ਭੁਲਾ ਕੇ ਬੰਦਾ ਈਰਖਾ, ਦਵੈਸ਼, ਵੈਰ ਵਿਰੋਧ ਕਮਾ ਰਿਹਾ ਹੈ। ਇਸੇ ਨੂੰ ਕਹਿੰਦੇ ਨੇ ਅਕਿਰਤ ਘਣਾ ਹਰ ਵਿਸਰਿਆ। ਜਿਹੜੇ ਅਕਿਰਤ ਘਣ ਲੋਕ ਨੇ, ਜੋ ਮਨੁੱਖ ਪ੍ਰਭੂ ਦੇ ਕੀਤੇ ਉਪਕਾਰਾਂ ਨੂੰ ਭੁਲਾਉਂਦੇ ਨੇ, ਉਹ ਰੱਬ ਨੂੰ ਵਿਸਾਰ ਦਿੰਦੇ ਨੇ। ਗੁਰਬਾਣੀ ਵਿੱਚ ਨਾ ਇੱਕ ਬੜੀ ਪਿਆਰੀ ਪੰਕਤੀ ਹੈ, ਦੇਂਦੇ ਥਾਵੋਂ ਦਿੱਤਾ ਚੰਗਾ, ਮਨਮੁਖ ਐਸਾ ਜਾਣੀਐ, ਸੁਰਤ ਮਤ ਚਤੁਰਾਈ ਤਾਂ ਕੀ ਕਿਆ ਕਰ ਆਖ ਵਖਾਣੀ। ਕਿ ਜੋ ਦੇਣ ਵਾਲਾ ਹੈ ਨਾ, ਉਹਦੇ ਨਾਲੋਂ ਦਿੱਤੀ ਹੋਈ ਚੀਜ਼ ਨੂੰ ਬੰਦਾ ਚੰਗੀ ਸਮਝਦਾ ਹੈ। ਇਹ ਮਨਮੁਖਤਾ ਦੀ ਨਿਸ਼ਾਨੀ ਹੈ। ਗਿਫਟ ਦੇਣ ਵਾਲੇ ਨਾਲੋਂ ਗਿਫਟ ਦੇ ਨਾਲ ਜ਼ਿਆਦਾ ਪਿਆਰ ਕਰ ਰਿਹਾ ਹੈ, ਦਾਤ ਨਾਲ। ਤੇ ਗੁਰੂ ਜੀ ਕਹਿੰਦੇ ਨੇ ਇਹੋ ਜਿਹੇ ਬੰਦੇ ਦੀ ਚਤੁਰਾਈ, ਸਿਆਣਪ, ਅਕਲ ਨੂੰ ਕੀ ਆਖੀਏ, ਕਿ ਜੋ ਦੇ ਰਿਹਾ ਉਹਨੂੰ, ਉਹਦੀ ਤੇ ਕਦਰ ਨਹੀਂ, ਜਿਹੜੀ ਚੀਜ਼ ਦਿੱਤੀ ਹੈ ਉਹਦੇ ਨਾਲ ਪਿਆਰ ਪਾਈ ਬੈਠਾ, ਦੇਣ ਵਾਲੇ ਦੀ ਕੋਈ ਕਦਰ ਨਹੀਂ। ਤੁਹਾਨੂੰ ਕਿਸੇ ਨੇ ਫੋਨ ਗਿਫਟ ਕੀਤਾ, ਤੁਸੀਂ ਉਸ ਫੋਨ ਨੂੰ ਸਮਝ ਰਹੇ ਹੋ, ਉਹਨੂੰ ਵਰਤ ਰਹੇ ਹੋ, ਉਹਦੇ ਨਾਲ ਪਿਆਰ ਕਰ ਰਹੇ ਹੋ। ਤੇ ਜਿਹਨੇ ਫੋਨ ਗਿਫਟ ਕੀਤਾ ਉਹਨੂੰ ਕਦੇ ਤੁਸੀਂ ਫਤਿਹ ਵੀ ਬੁਲਾਈ ਨਹੀਂ, ਉਹਦੀ ਤੁਸੀਂ ਕਦਰ ਵੀ ਨਹੀਂ ਜਾਣਦੇ, ਉਹਨੂੰ ਚਾਹ ਦਾ ਕੱਪ ਵੀ ਨਹੀਂ ਪੁੱਛਿਆ, ਉਹਦੀ ਬੇਕਦਰੀ ਕਰ ਰਹੇ ਹੋ, ਉਹਦੀ ਕੋਈ ਵੈਲਿਊ ਹੀ ਨਹੀਂ ਹੈ। ਤਾਂ ਉਸ ਬੰਦੇ ਨੂੰ ਅਸੀਂ ਕੀ ਕਵਾਂਗੇ? ਇਹ ਦੇਖੋ ਛੋਟੀ ਜੀ ਗੱਲ ਹੈ ਸਾਡੀ ਆਪਣੀ ਜ਼ਿੰਦਗੀ ਦੀ। ਕਿਸੇ ਨੂੰ ਤੁਸੀਂ ਗਿਫਟ ਦੋ, ਤੁਹਾਡਾ ਧੰਨਵਾਦ ਨਾ ਕਰੇ, ਤੁਹਾਡੀ ਕਦਰ ਹੀ ਨਾ ਕਰੇ, ਤਾਂ ਬੰਦਾ ਉਹਨੂੰ ਗਲਤ ਕਹਿੰਦਾ ਨਾ। ਤਾਂ ਇਹ ਕਿੰਨਾ ਕੁ ਨੂੰ ਸਿਆਣਾ ਸਮਝੀਏ, ਜਿਹੜਾ ਦਿੱਤੀ ਹੋਈ ਚੀਜ਼ ਨੂੰ ਚੰਗੀ ਸਮਝੇ ਤੇ ਦੇਣ ਵਾਲੇ ਦੇ ਨਾਲ ਪਿਆਰ ਮੁਹੱਬਤ ਤੋੜ ਲਵੇ, ਔਰ ਉਹਦੇ ਨਾਲ ਕੋਈ ਨਾਤਾ ਨਾ ਰੱਖੇ, ਜਾਂ ਉਸ ਦੀ ਇਨਸਲਟ ਕਰੇ, ਜਾਂ ਉਹਦੇ ਨਾਲ ਪਿਆਰ ਮੁਹੱਬਤ ਨਾ ਕਰੇ। ਕਿ ਕੋਈ ਵੀ ਵਰਡਿੰਗ ਵਰਤ ਕੇ ਆਪ ਸਮਝ ਸਕਦੇ ਹੋ। ਦੇਂਦੇ ਥਾਵੋਂ ਦਿੱਤਾ ਚੰਗਾ, ਮਨਮੁਖ ਐਸਾ ਜਾਣੀਏ। ਹੁਣ ਇਹ ਚੀਜ਼ ਨੂੰ ਨਾ ਆਪਣੇ ਘਰ ਪਰਿਵਾਰਾਂ ਵਿੱਚ ਵੇਖੋ। ਇੱਕ ਸੱਸ ਆਪਣੇ ਪੋਤਰੀ ਪੋਤਰਿਆਂ ਨਾਲ ਬਹੁਤ ਪਿਆਰ ਕਰਦੀ ਹੈ, ਜੋ ਉਹਦਾ ਹੱਕ ਵੀ ਹੈ, ਉਹਦਾ ਫਰਜ਼ ਵੀ ਹੈ। ਆਪਣਾ ਹੱਕ ਵੀ ਲੈ ਰਹੀ ਹੈ, ਆਪਣਾ ਫਰਜ਼ ਵੀ ਪੂਰਾ ਕਰ ਰਹੀ ਹੈ। ਪੋਤਰੀ ਪੋਤਰਿਆਂ ਨਾਲ ਪਿਆਰ ਕਰਦੀ ਹੈ, ਜੱਫੀਆਂ ਪਾਉਂਦੀ ਹੈ, ਮੂੰਹ ਮੱਥਾ ਚੁੰਮਦੀ ਹੈ, ਉਹਨਾਂ ਨੂੰ ਪ੍ਰਤਾਰਸ ਦਿੰਦੀ ਹੈ। ਲੇਕਿਨ ਨੂੰਹ ਨੂੰ ਕਾਣੀ ਅੱਖੇ ਵੇਖਣਾ ਨਹੀਂ ਚਾਹੁੰਦੀ। ਜਿੰਨੇ ਬੱਚਿਆਂ ਨੂੰ ਜਨਮ ਦਿੱਤਾ ਹੈ, ਉਹਦੇ ਨਾਲ ਡੰਡਾ ਚੁੱਕੀ ਫਿਰਦੀ ਹੈ। ਪੋਤਰੀਆਂ ਪੋਤਰਿਆਂ ਨਾਲ ਪਿਆਰ ਹੈ, ਲੇਕਿਨ ਜਿਹਨੇ ਜਨਮ ਦਿੱਤਾ ਹੈ ਉਹਦੇ ਨਾਲ ਬਣਦੀ ਨਹੀਂ। ਇਸੇ ਤਰ੍ਹਾਂ ਕੋਈ ਔਰਤ ਆਪਣੇ ਪਤੀ ਨਾਲ ਬੜਾ ਪਿਆਰ ਕਰਦੀ ਹੈ, ਜੋ ਉਹਦਾ ਹੱਕ ਵੀ ਹੈ, ਉਹਦਾ ਫਰਜ਼ ਵੀ ਹੈ। ਉਹਦੇ ਨਾਲ ਫਿਲਮਾਂ ਦੇਖਣ ਜਾਂਦੀ ਹੈ, ਉਹਦੇ ਨਾਲ ਘੁੰਮਣ ਜਾਂਦੀ ਹੈ, ਘਰ-ਬਾਰ ਵਿੱਚ ਪ੍ਰੇਮ ਕਰਦੀ ਹੈ, ਇਹ ਉਹਦਾ ਹੱਕ ਵੀ ਹੈ, ਫਰਜ਼ ਵੀ ਹੈ। ਪਰ ਜਿਸ ਨੇ ਪਤੀ ਨੂੰ ਜਨਮ ਦਿੱਤਾ ਹੈ, ਮਾਂ ਨੇ, ਉਹ ਸੱਸ ਨੂੰ ਵੇਖ ਕੇ ਰਾਜੀ ਨਹੀਂ। ਇਹਨੂੰ ਹੀ ਕਹਿੰਦੇ ਨੇ ਦਿੱਤੇ ਥਾਵੋਂ ਦਿੱਤਾ, ਦੇਂਦੇ ਥਾਵੋਂ ਦਿੱਤਾ ਚੰਗਾ, ਮਨਮੁਖ ਐਸਾ ਜਾਣੀਐ, ਸੁਰਤ ਮਤ ਚਤੁਰਾਈ ਤਾਂ ਕੀ ਕਿਆ ਕਰ ਆਖ ਵਖਾਣੀਐ। ਉਹਨਾਂ ਨੂੰ ਕਿੰਨਾ ਕੁ ਸਿਆਣਾ ਕਹਿ ਸਕਦੇ ਹੋ? ਇਸ ਗੱਲ ਨੂੰ ਪੂਰੀ ਜ਼ਿੰਦਗੀ ਦੇ ਉੱਤੇ ਜੇ ਬੰਦਾ ਵਰਤ ਕੇ ਵੇਖੇ ਔਰ ਇਹਨਾਂ ਚੀਜ਼ਾਂ ਤੇ ਅਮਲ ਕਰੇ,
ਤਾਂ ਜੀਵਨ ਦੇ ਅੰਦਰ ਕਿੰਨਾ ਵੱਡਾ ਬਦਲਾਵ ਆਏਗਾ, ਕਿੰਨੀ ਵੱਡੀ ਚੇਂਜਿੰਗ ਆਏਗੀ। ਤਾਂ ਗੁਰੂ ਜੀ ਕਹਿੰਦੇ ਨੇ ਅਕਿਰਤ ਕਣਾ ਹਰ ਵਿਸਰਿਆ, ਜੋ ਮਨੁੱਖ ਪ੍ਰਭੂ ਦੇ ਕੀਤੇ ਉਪਕਾਰਾਂ ਨੂੰ ਭੁਲਾ ਦਿੰਦੇ ਨੇ ਉਹਨਾਂ ਨੂੰ ਰੱਬ ਵਿਸਰ ਜਾਂਦਾ ਹੈ, ਰੱਬ ਦੇ ਗੁਣ ਵਿਸਰ ਜਾਂਦੇ ਨੇ। ਜੋਨੀ ਪਰਮੇਤ, ਜੋਨੀ ਦਾ ਮਤਲਬ ਪਸ਼ੂ ਬਿਰਤੀਆਂ, ਪਰਮੇਤ ਦਾ ਮਤਲਬ ਭਰਮਦੇ ਨੇ, ਭਟਕਦੇ ਨੇ। ਉਹ ਫਿਰ ਪਸ਼ੂ ਬਿਰਤੀਆਂ ਦੇ ਅੰਦਰ ਭਟਕਦੇ ਰਹਿੰਦੇ ਨੇ। ਖੋਤੇ ਵਾਲੀ ਬਿਰਤੀ, ਗਧੇ ਵਾਲੀ ਬਿਰਤੀ, ਮੂਰਖਾਂ ਵਾਲੇ ਕਰਮ ਜਿਹੜੇ ਨੇ, ਸੱਪ ਵਾਲੀ ਬਿਰਤੀ, ਕੁੱਤੇ ਵਾਲੀ ਬਿਰਤੀ, ਜਦੋਂ ਕਿਸੇ ਦਾ ਹੱਕ ਖਾਂਦੇ ਨੇ। ਲੋਭ ਲਹਿਰ ਸਭ ਸਵਾਨ ਹਲਕ ਹੈ, ਹਲਕਿਓ ਸਭੇ ਬਿਗਾੜ। ਚਿੱਚੜ ਵਾਲੀ ਜੂਨ ਵਿੱਚ ਫਿਰਦੇ ਨੇ ਉਹ। ਆਪਣਾ ਆਪ ਤੂੰ ਕਹੋ ਨਾ ਛੋੜਸ ਪਿਸਨ ਪ੍ਰੀਤ ਜਿਉਰੇ, ਜਿਵੇਂ ਮੱਝ ਦੇ ਥਣ ਦੇ ਉੱਤੇ ਲੱਗਾ ਹੋਇਆ ਚਿੱਚੜ ਦੁੱਧ ਨਹੀਂ ਪੀਂਦਾ, ਖੂਨ ਪੀਂਦਾ ਹੈ। ਇਸੇ ਤਰ੍ਹਾਂ ਬੰਦੇ ਇਨਸਾਨ ਹੁੰਦੇ ਹੋਏ ਚੰਗੇ ਕਰਮ ਨਹੀਂ ਕਰਦੇ, ਲੋਕਾਂ ਦਾ ਖੂਨ ਪੀਂਦੇ ਨੇ। ਐਵੇਂ ਉਹ ਪਸ਼ੂ ਬਿਰਤੀਆਂ ਦੇ ਅੰਦਰ ਭਰਮਦੇ ਰਹਿੰਦੇ ਨੇ, ਜਿਹੜੇ ਪ੍ਰਭੂ ਨੂੰ ਭੁਲਾ ਦਿੰਦੇ ਨੇ। ਤਾਂ ਇਹ ਪੂਰੀ ਪੌੜੀ ਦੇ ਅੰਦਰ ਔਰ ਸ਼ਲੋਕਾਂ ਵਿੱਚ ਗੁਰੂ ਜੀ ਸਾਨੂੰ ਉਪਦੇਸ਼ ਦੇ ਰਹੇ ਨੇ ਕਿ ਆਪਣੇ ਪਰਿਵਾਰ ਨੂੰ ਪਾਲਣਾ, ਧਨ ਕਮਾਣਾ ਹਰ ਮਨੁੱਖ ਦਾ ਹੱਕ ਫਰਜ਼ ਹੈ, ਪਰ 2 ਨੰਬਰ ਦੇ ਧੰਦੇ ਕਰਕੇ, ਪ੍ਰਭੂ ਨੂੰ ਭੁਲਾ ਕੇ, ਗੁਣਾਂ ਨੂੰ ਵਿਸਾਰ ਕੇ ਐਸੀ ਜ਼ਿੰਦਗੀ ਕਦੇ ਵੀ ਨਹੀਂ ਜੀਣੀ ਚਾਹੀਦੀ। ਕਿਉਂਕਿ ਜਿਹੜੇ ਲੋਕ ਕੇਵਲ ਪਰਿਵਾਰ ਨੂੰ ਪਾਲਦੇ ਨੇ, ਪੈਸਾ ਕਮਾਉਂਦੇ ਨੇ, ਸੱਚ ਨੂੰ ਛੱਡ ਕੇ 2 ਨੰਬਰ ਦੇ ਧੰਦੇ ਕਰਕੇ, ਬੇਗਾਨੇ ਹੱਕ ਖਾ ਕੇ, ਲੁੱਟਾਂ ਖਸੁੱਟਾਂ ਕਰਕੇ, ਪਾਪ ਅਪਰਾਧ ਕਰਕੇ, ਉਹ ਇਨਸਾਨ ਨਹੀਂ ਰਹਿ ਜਾਂਦੇ, ਉਹ ਪ੍ਰੇਤ ਨੇ। ਉਹਨਾਂ ਕਰਕੇ ਇਸ ਦੁਨੀਆ ਦੇ ਅੰਦਰ, ਸੰਸਾਰ ਵਿੱਚ ਅਸ਼ਾਂਤੀ ਫੈਲਦੀ ਹੈ, ਔਰ ਉਹਨਾਂ ਦਾ ਜੀਵਨ ਕਿਸੇ ਕੰਮ ਦਾ ਨਹੀਂ ਰਹਿ ਜਾਂਦਾ, ਔਰ ਉਹ ਧਨ ਵੀ ਉਹਨਾਂ ਦੇ ਕਿਸੇ ਕੰਮ ਨਹੀਂ ਹੁੰਦਾ। ਇਸ ਦੁਨੀਆ ਵਿੱਚ ਜਿਹੋ ਜਿਹਾ ਕੋਈ ਬੰਦਾ ਕਰਮ ਕਰਦਾ ਹੈ, ਵੈਹੋ ਜਿਹਾ ਫਲ ਐਸੇ ਦੁਨੀਆ ਦੇ ਅੰਦਰ ਉਹ ਪਾ ਲੈਂਦਾ ਹੈ। ਸ਼ਲੋਕ, ਕੋਟ ਦਾਨ ਇਸਨਾਨੰ ਅਨਿਕ ਸੋਧਨ ਪਵਿੱਤਰ ਤਹਿ। ਕੋਟ ਦਾ ਮਤਲਬ ਕਰੋੜਾਂ ਹੈ ਨਾ। ਕੋਟ ਸ਼ਬਦ ਦੇ ਟੈਂਕੇ ਛੱਲੇ ਜਦੋਂ ਔਂਕੜ ਲੱਗਾ ਹੋਏ ਨਾ, ਉਦੋਂ ਇਹਦਾ ਮੀਨਿੰਗ ਹੁੰਦਾ ਹੈ ਇੱਕ ਕਿਲਾ। ਜਦੋਂ ਕੋਟ ਦਾ ਟੈਂਕਾ ਮੁਕਤਾ ਹੋਏ, ਉਹਦਾ ਮੀਨਿੰਗ ਬਣ ਜਾਂਦਾ ਹੈ ਬਹੁਤੇ ਕਿਲੇ, ਬਹੁਵਚਨੀ ਸ਼ਬਦ ਬਣ ਜਾਂਦਾ ਹੈ। ਤੇ ਜਦੋਂ ਕੋਟ ਦੇ ਟੈਂਕੇ ਨਾਲ ਸਿਹਾਰੀ ਲੱਗੀ ਹੋਵੇ, ਇਹਦਾ ਮੀਨਿੰਗ ਹੁੰਦਾ ਹੈ ਕਰੋੜਾਂ। ਇੱਥੇ ਕੋਟ ਦਾ ਮਤਲਬ ਹੈ ਕਰੋੜਾਂ। ਦਾਨ ਦਾ ਮਤਲਬ ਦਾਨ, ਇਸ਼ਨਾਨ ਦਾ ਮਤਲਬ ਇਸ਼ਨਾਨ, ਅਨੇਕ ਦਾ ਮਤਲਬ ਅਨੇਕਾਂ, ਸੋਧਨ ਦਾ ਮਤਲਬ ਹੈ ਸੋਚ ਰੱਖਣ ਵਾਲੇ ਸਾਧਨ, ਤੇ ਪਵਿੱਤਰਤਾ ਦਾ ਮਤਲਬ ਹੈ ਪਵਿੱਤਰਤਾ। ਹੁਣ ਆਮ ਜੋ ਲੋਕ ਨੇ ਦਾਨ ਕਰਦੇ ਨੇ, ਤੇ ਦਾਨ ਕਿਉਂ ਕਰ ਰਹੇ ਨੇ? ਕਿ ਮਰਨ ਤੋਂ ਬਾਅਦ ਸਵਰਗ ਮਿਲੇਗਾ। ਆਮ ਲੋਕ ਤੀਰਥਾਂ ਵਿੱਚ ਇਸ਼ਨਾਨ ਕਰਦੇ ਨੇ, ਕਿਉਂ ਕਰਦੇ ਨੇ? ਕਿ ਸਾਡੇ ਪਾਪ ਕਰਮ ਸ਼ਾਇਦ ਤੀਰਥਾਂ ਵਿੱਚ ਨਹਾਉਣ ਦੇ ਨਾਲ ਲਹਿ ਜਾਣਗੇ। ਆਮ ਲੋਕ ਪਵਿੱਤਰਤਾ ਵਰਤਦੇ ਨੇ। ਸਫਾਈ ਔਰ ਪਵਿੱਤਰਤਾ 'ਚ ਫਰਕ ਹੈ। ਸਫਾਈ ਅਲੱਗ ਗੱਲ ਹੈ, ਰੱਖਣੀ ਚਾਹੀਦੀ ਹੈ। ਪਵਿੱਤਰਤਾ ਨੂੰ ਧਰਮ ਨਾਲ ਜੋੜ ਕੇ ਵੇਖਦੇ ਨੇ ਕਿ ਸ਼ਾਇਦ ਪਵਿੱਤਰਤਾ ਸੁੱਚਮ ਰੱਖਣ ਨਾਲ ਸਾਨੂੰ ਰੱਬ ਮਿਲੇਗਾ। ਕਿੰਨੇ ਯਤਨ ਕਰ ਰਹੇ ਨੇ ਹੁਣ, ਦਾਨ ਕਰਨਾ, ਇਸ਼ਨਾਨ ਕਰਨਾ, ਤੀਰਥਾਂ ਤੇ ਪਵਿੱਤਰਤਾ ਕਰਨੀ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਉਸ ਬੰਦੇ ਨੂੰ ਇਹੋ ਜਿਹੇ ਦਾਨ, ਇਸ਼ਨਾਨ ਔਰ ਪਵਿੱਤਰਤਾ ਕਰਨ ਦੀ ਲੋੜ ਨਹੀਂ ਰਹਿੰਦੀ। ਸਗੋਂ ਉਹਨਾਂ ਦੇ ਮਾਨੋਂ ਕਰੋੜਾਂ ਰੁਪਏ ਦਾਨ ਕਰ ਲੈ, ਕਰੋੜਾਂ ਵਾਰੀ ਤੀਰਥ ਤੇ ਇਸ਼ਨਾਨ ਕਰ ਲਿਆ, ਔਰ ਅਨੇਕਾਂ ਹੀ ਪਵਿੱਤਰਤਾ ਦੇ, ਸੁਚਮਤਾ ਦੇ ਸਾਧਨ ਕਰ ਲੈ। ਉਹਨਾਂ ਦਾ ਦਾਨ ਵੀ ਹੋ ਗਿਆ, ਉਹਨਾਂ ਦੇ ਕਰੋੜਾਂ ਇਸ਼ਨਾਨ ਹੋ ਗਏ, ਉਹਨਾਂ ਦੇ ਕਰੋੜਾਂ ਪਵਿੱਤਰਤਾ ਦੇ ਸਾਧਨ ਹੋ ਗਏ। ਕਿੰਨਾਂ ਦੇ? ਉਚਰੰਤ ਨਾਨਕ ਹਰ ਹਰ ਰਸਨਾ, ਸਰਬ ਪਾਪ ਵਿਮੁਚਤੇ। ਰਸਨਾ ਦਾ ਮਤਲਬ ਜੀਭ ਨਾਲ, ਸਰਬ ਦਾ ਮਤਲਬ ਸਾਰੇ, ਵਿਮੁਚਤਾ ਦਾ ਮਤਲਬ ਨਾਸ ਹੋ ਜਾਂਦੇ ਨੇ। ਉਚਰੰਤ ਨਾਨਕ ਹਰ ਹਰ ਰਸਨਾ, ਹੈ ਨਾਨਕ ਜੋ ਜ਼ਬਾਨ ਦੇ ਨਾਲ ਰੱਬੀ ਗੁਣਾਂ ਦਾ ਉਚਾਰਨ ਕਰਦੇ ਨੇ, ਜੋ ਪ੍ਰਭੂ ਦੀ ਸਿਫਤ ਸਲਾਹ ਕਰਦੇ ਨੇ, ਉਹਨਾਂ ਦੇ ਸਾਰੇ ਪਾਪ ਲਹਿ ਜਾਂਦੇ ਨੇ। ਜੋ ਰਸਨਾ ਨਾਲ ਰੱਬੀ ਗੁਣਾਂ ਦਾ ਉਚਾਰਨ ਕਰਦੇ ਨੇ, ਭਾਵ ਗੁਣਾਂ ਨੂੰ ਆਪਣੀ ਜ਼ਿੰਦਗੀ ਵਿੱਚ ਇੰਪਲੀਮੈਂਟ ਕਰ ਲੈਂਦੇ ਨੇ, ਉਹਨਾਂ ਨੇ ਮਾਨੋ ਕਰੋੜਾਂ ਦਾਨ ਕਰ ਲਿਆ, ਕਰੋੜਾਂ ਇਸ਼ਨਾਨ ਕਰ ਲਏ, ਔਰ ਕਰੋੜਾਂ ਪਵਿੱਤਰਤਾ ਦੇ ਸਾਧਨ ਹੋ ਗਏ। ਉਹਨਾਂ ਨੂੰ ਇਹ ਕਰਮ ਕਰਨ ਦੀ ਲੋੜ ਨਹੀਂ। ਉਹਨਾਂ ਦੇ ਸਾਰੇ ਪਾਪ ਨਾਸ ਹੋ ਜਾਂਦੇ ਨੇ। ਜੋ ਸੱਚ ਬੋਲਦੇ, ਸੱਚ ਸੁਣਦੇ, ਸੱਚ ਵੇਖਦੇ, ਸੱਚ ਕਮਾਉਂਦੇ, ਸੱਚ ਦਾ ਸੰਗ੍ਰਹਿਣ ਕਰਦੇ ਨੇ, ਜੋ ਪ੍ਰਭੂ ਦੀ ਸਿਫਤ ਸਲਾਹ ਕਰਦੇ ਨੇ। ਤਾਂ ਇੱਥੇ ਇਹਨਾਂ ਸਾਰੇ ਕਰਮ ਕਾਂਡਾਂ ਦਾ ਖੰਡਨ ਕੀਤਾ ਜਾਂਦਾ।
ਕਿ ਇਹ ਕਰਮਕਾਂਡ ਕਰਨ ਦਾ ਕੋਈ ਲਾਭ ਨਹੀਂ ਹੈ ਜੇ ਜ਼ਿੰਦਗੀ ਵਿੱਚ ਸੱਚ ਨਹੀਂ, ਜੇ ਜ਼ਬਾਨ ਚੰਗੀ ਨਹੀਂ, ਬੋਲ ਚੰਗੇ ਨਹੀਂ, ਬਿਹੇਵੀਅਰ ਚੰਗਾ ਨਹੀਂ, ਸੋਚ ਚੰਗੀ ਨਹੀਂ। ਜਿਨ੍ਹਾਂ ਦਾ ਬਿਹੇਵੀਅਰ ਚੰਗਾ ਹੈ, ਸੋਚ ਚੰਗੀ ਹੈ, ਬੋਲ ਚੰਗੇ ਨੇ, ਜੋ ਜ਼ਬਾਨ ਰਾਹੀਂ ਸੱਚ ਬੋਲਦੇ ਨੇ, ਰੱਬੀ ਗੁਣਾਂ ਦੀ ਗੱਲ ਕਰਦੇ ਨੇ, ਉਹਨਾਂ ਦੇ ਕਰੋੜਾਂ ਦਾਨ ਇਸ਼ਨਾਨ ਇਹਦੇ ਵਿੱਚ ਹੀ ਆ ਜਾਂਦੇ। ਅਗਲਾ ਬਚਨ ਸਾਨੂੰ ਫਿਰ ਸਮਝਾ ਰਹੇ ਨੇ ਵਿਸਥਾਰ ਦੇ ਨਾਲ ਕਿ ਕਿਵੇਂ ਪਾਪ ਖਤਮ ਹੋ ਜਾਂਦੇ ਨੇ। ਕੇਵਲ ਸੱਚ ਬੋਲਣ ਦੇ ਨਾਲ ਹੀ ਕਿਵੇਂ ਕੋਟ ਦਾਨ ਇਸ਼ਨਾਨ ਹੋ ਗਏ, ਕਿਵੇਂ ਸਾਡੇ ਪਾਪ ਖਤਮ ਹੋ ਗਏ। ਤਾਂ ਕਹਿੰਦੇ ਨੇ ਈਂਧਣ ਕੀਤੋ ਮੂੰਹ ਕਣਾ, ਪੂਰੀ ਦਿੱਤੀਮ ਪਾਹੇ ਪਾ। ਈਂਧਣ, ਈਂਧਣ ਨਹੀਂ ਬੋਲਣਾ, ਨਾ ਬੋਲਣਾ ਹੈ। ਈਂਧਣ ਕੀਤੋ ਮੂੰਹ, ਮੂੰਹ ਦਾ ਮਤਲਬ ਮੈਂ, ਕੀਤੋ ਦਾ ਮਤਲਬ ਕੀਤਾ, ਕਣਾ ਦਾ ਮਤਲਬ ਬਹੁਤ ਸਾਰਾ, ਭੋਰੀ ਦਾ ਮਤਲਬ ਭੋਰਕ, ਦਿੱਤਿਮ ਦਾ ਮਤਲਬ ਦਿੱਤੀ, ਪਾਹ ਦਾ ਮਤਲਬ ਅੱਗ। ਗੁਰੂ ਜੀ ਕਹਿੰਦੇ ਨੇ ਮੈਂ ਬਹੁਤ ਸਾਰਾ ਬਾਲਣ ਇਕੱਠਾ ਕੀਤਾ। ਈਂਧਣ ਕੀਤੋ ਮੂੰਹ ਕਣਾ, ਮੂੰਹ ਦਾ ਮਤਲਬ ਮੈਂ ਬਹੁਤ ਸਾਰਾ ਬਾਲਣ ਇਕੱਠਾ ਕੀਤਾ। ਤੇ ਬਾਲਣ ਇਕੱਠਾ ਕਰਕੇ ਕੀ ਕੀਤਾ? ਭੋਰੀ ਦਿੱਤੀ ਪਾਹ, ਉਹਨੂੰ ਰਤਾ ਕੋ ਅੱਗ ਲਾ ਦਿੱਤੀ। ਤਾਂ ਹੁਣ ਬਹੁਤ ਸਾਰਾ ਬਾਲਣ ਇਕੱਠਾ ਕਰਨ ਤੋਂ ਬਾਅਦ ਥੋੜੀ ਜਿਹੀ ਅੱਗ ਲਾਉਣ ਨਾਲ ਕੀ ਹੋਏਗਾ? ਬਾਲਣ ਸੜ ਜਾਏਗਾ ਨਾ ਸਾਰਾ। ਤਾਂ ਉਹ ਸਾਰਾ ਬਾਲਣ ਸੜ ਗਿਆ। ਲੱਖਾਂ ਮਣ ਲੱਕੜਾਂ ਇਕੱਠੀਆਂ ਕਰਕੇ, ਲੱਖ ਮੜਿਆਂ ਕਰ ਇਕੱਠੇ ਏਕ ਰਤੀਲੇ ਪਾਹ, ਬਹੁਤ ਸਾਰਾ ਬਾਲਣ ਇਕੱਠਾ ਕਰਕੇ ਨਿੱਕੀ ਜੀ ਚੁਆਤੀ ਅੱਗ ਦੀ ਲਾਈ, ਨਿੱਕੀ ਜੀ ਤੀਲੀ ਲਾਈ, ਸਾਰਾ ਬਾਲਣ ਸੜ ਗਿਆ। ਇਸੇ ਤਰ੍ਹਾਂ ਮਨ ਵਸੰਦੜੋ ਸੱਚ ਸ਼ੋਹੋ, ਨਾਨਕ ਹੱਬੇ ਦੁਖੜੇ ਉਲਾ। ਮਨ ਦਾ ਮਤਲਬ ਮਨ ਵਿੱਚ, ਹੱਬੇ ਦਾ ਮਤਲਬ ਸਾਰੇ, ਦੁਖੜੇ ਦਾ ਮਤਲਬ ਕੋਝੇ ਦੁੱਖ, ਉਲਾ ਦਾ ਮਤਲਬ ਦੂਰ ਹੋ ਜਾਂਦੇ ਨੇ। ਜੇ ਮਨ ਵਿੱਚ ਸੱਚਾ ਸਾਈਂ ਵਸ ਜਾਏ, ਜੇ ਮਨ ਵਿੱਚ ਰੱਬੀ ਗੁਣ ਵਸ ਜਾਣ, ਸੱਚ ਵਸ ਜਾਏ, ਮਨ ਦਾ ਮਤਲਬ ਮੈਂਟੈਲਿਟੀ, ਸੋਚ ਵਿੱਚ, ਹੱਬੇ ਦੁਖੜੇ ਉਲਾ ਦਾ ਮਤਲਬ ਸਾਰੇ ਕੋਝੇ ਦੁੱਖ ਦੂਰ ਹੋ ਜਾਂਦੇ ਨੇ। ਜਿਵੇਂ ਮੈਂ ਬਹੁਤ ਸਾਰਾ ਬਾਲਣ ਇਕੱਠਾ ਕੀਤਾ, ਉਹਦੇ ਵਿੱਚ ਥੋੜੀ ਜਿਹੀ ਅੱਗ ਲਾਈ, ਉਸ ਥੋੜੀ ਜਿਹੀ ਅੱਗ ਨੇ ਸਾਰੇ ਬਾਲਣ ਨੂੰ ਸਾੜ ਦਿੱਤਾ। ਇਸੇ ਤਰ੍ਹਾਂ ਮੈਂ ਥੋੜਾ ਜਿਹਾ ਸੱਚ ਆਪਣੀ ਸੋਚ ਦੇ ਅੰਦਰ ਵਸਾਇਆ ਤੇ ਉਸ ਸੋਚ ਨੇ ਸਾਰੇ ਪਾਪ ਅਪਰਾਧ ਖਤਮ ਕਰ ਦਿੱਤੇ। ਜੇ ਸੋਚ ਅੰਦਰ ਸੱਚ ਆ ਜਾਏ ਤਾਂ ਫਿਰ ਕੋਈ ਅਪਰਾਧ ਰਹਿਣਾ ਹੀ ਨਹੀਂ, ਗੁਨਾਹ ਰਹਿਣਾ ਹੀ ਨਹੀਂ, ਕਿਉਂਕਿ ਕੋਈ ਵੀ ਗੁਨਾਹ ਕਰਨ ਵਾਸਤੇ ਸਾਨੂੰ ਸੱਚ ਨੂੰ ਛੱਡਣਾ ਪਿਆ। ਤਾਂ ਗੁਰੂ ਜੀ ਸਮਝਾ ਰਹੇ ਨੇ ਸੱਚ ਤੁਹਾਡੇ ਜੀਵਨ ਦਾ ਬਹੁਤ ਵੱਡਾ ਦਾਰੂ ਹੈ। ਪੌੜੀ ਕੋਟ ਅਗਾਂ ਸਭ ਨਾਸ ਹੋਹੇ, ਸਿਮਰਤ ਹਰ ਨਾਉ। ਅਗਾਂ ਦਾ ਮਤਲਬ ਪਾਪ, ਕੋਟ ਦਾ ਮਤਲਬ ਕਰੋੜਾਂ, ਸਿਮਰਤ ਦਾ ਮਤਲਬ ਯਾਦ ਕੀਤਿਆਂ, ਹਰ ਨਾਉ ਦਾ ਮਤਲਬ ਰੱਬੀ ਹੁਕਮ ਜਾਂ ਰੱਬੀ ਸਿਫਤ ਸਲਾਹ, ਰੱਬੀ ਗੁਣ। ਪ੍ਰਭੂ ਦਾ ਨਾਮ, ਪ੍ਰਭੂ ਦੇ ਗੁਣ ਸਿਮਰਦਿਆਂ, ਯਾਦ ਕਰਦਿਆਂ ਕਰੋੜਾਂ ਪਾਪ ਨਾਸ ਹੋ ਜਾਂਦੇ। ਕਿਵੇਂ ਹੋ ਜਾਂਦੇ ਨੇ? ਇਹ ਗੱਲਾਂ ਅਸੀਂ ਰੋਜ਼ ਐਕਸਪਲੇਨ ਕਰ ਰਹੇ ਹਾਂ। ਜਦੋਂ ਅਸੀਂ ਪ੍ਰੇਮ ਆਪਣੇ ਜੀਵਨ ਵਿੱਚ ਵਸਾਉਂਦੇ ਹਾਂ ਤਾਂ ਜੈਲਸੀ ਦਾ ਆਪਣੇ ਆਪ ਹੀ ਨਾਸ਼ ਹੋ ਜਾਂਦਾ ਹੈ। ਜਦੋਂ ਅਸੀਂ ਆਪਣੇ ਅੰਦਰ ਦਇਆ ਪੈਦਾ ਕਰਦੇ ਹਾਂ ਤੇ ਕਠੋਰਤਾ ਆਪੇ ਖਤਮ ਹੋ ਜਾਂਦੀ ਹੈ। ਜਦੋਂ ਸਾਡੇ ਅੰਦਰ ਨਿਮਰਤਾ ਆ ਜਾਏ ਤਾਂ ਅਹੰਕਾਰ ਆਪੇ ਖਤਮ ਹੋ ਜਾਂਦਾ ਹੈ। ਇਸ ਲਈ ਜ਼ਿੰਦਗੀ ਚੋਂ ਪਾਪਾਂ ਅਪਰਾਧਾਂ ਨੂੰ ਖਤਮ ਕਰਨ ਵਾਸਤੇ ਇੱਕੋ ਹੀ ਸਾਧਨ ਹੈ, ਗੁਣਾਂ ਦੇ ਧਾਰਨੀ ਹੋਣਾ। ਕੋਟ ਅਗਾਂ ਸਭ ਨਾਸ ਹੋਏ, ਸਿਮਰਤ ਹਰ ਨਾਉ। ਕਿ ਹੇ ਪ੍ਰਭੂ, ਤੇਰੀ ਸਿਫਤ ਸਲਾਹ ਕਰਦਿਆਂ ਕਰੋੜਾਂ ਪਾਪ ਖਤਮ ਹੋ ਜਾਂਦੇ ਹਨ। ਮਨ ਚਿੰਦੇ ਫਲ ਪਾਈਏ ਹੈ, ਹਰ ਕੇ ਗੁਣ ਗਾਉ। ਪਾਈਏ ਦਾ ਮਤਲਬ ਪਾ ਲਈ ਦੇ ਨੇ, ਹਰ ਕੇ ਗੁਣ ਗਾਓ ਦਾ ਮਤਲਬ ਜੇ ਪ੍ਰਭੂ ਦੀ ਸਿਫਤ ਸਲਾਹ ਗਾਈਏ ਤਾਂ ਪ੍ਰਭੂ ਦੀ ਸਿਫਤ ਸਲਾਹ ਕੀਤਿਆਂ ਮਨ ਇੱਛਿਤ ਫਲ ਪਾ ਲਈਦੇ ਨੇ। ਹੁਣ ਮਨ ਇੱਛਿਤ ਫਲ ਸਾਡੇ ਕੀ ਨੇ? ਕਿ ਸਾਨੂੰ ਪਿਆਰ ਮਿਲੇ, ਦੁਨੀਆ ਤੋਂ ਸਤਿਕਾਰ ਮਿਲੇ, ਸਾਨੂੰ ਸੁੱਖ ਮਿਲੇ ਔਰ ਸਾਨੂੰ ਮੁਕਤੀ ਮਿਲ ਜਾਏ। ਇਹ ਮਨ ਇੱਛਿਤ ਫਲ ਨੇ। ਤੇ ਰੱਬੀ ਗੁਣਾਂ ਦੇ ਧਾਰਨੀ ਹੋਇਆ ਤਿੰਨੇ ਹੀ ਚੀਜ਼ਾਂ ਮਿਲ ਜਾਣਗੀਆਂ। ਰੱਬੀ ਗੁਣਾਂ ਦਾ ਜੋ ਧਾਰਨੀ ਹੈ, ਮਨ ਬਚਨ ਕਰਕੇ ਸੰਸਾਰ ਚ ਉਹਨੂੰ ਮਾਣ ਆਦਰ ਵੀ ਮਿਲੇਗਾ। ਰੱਬੀ ਗੁਣਾਂ ਦੇ ਧਾਰਨੀ ਹੋ ਕੇ ਸੁੱਖ ਵੀ ਮਿਲੇਗਾ ਤੇ ਰੱਬੀ ਗੁਣਾਂ ਦੇ ਧਾਰਨੀ ਹੋ ਕੇ ਵਿਕਾਰਾਂ ਤੋਂ ਖੁਲਾਸੀ ਵੀ ਹੋ ਜਾਏਗੀ, ਮੁਕਤੀ ਵੀ ਹੋ ਜਾਏਗੀ। ਤਿੰਨੇ ਚੀਜ਼ਾਂ ਮਿਲ ਗਈਆਂ ਨਾ। ਭੈ ਵਿੱਚ ਬੈਸੇ ਭੈ ਰਹੇ, ਭੈ ਵਿੱਚ ਕਮਾਵੇ ਕਾਰ, ਇੱਥੇ ਸੁੱਖ ਵਡਿਆਈਆਂ ਦਰਗਾਹ ਮੁਖ ਦਵਾਰ।
ਤਾਂ ਇਸ ਲਈ ਰੱਬੀ ਸਿਫਤ ਸਲਾਹ ਕੀਤਿਆਂ ਗੁਣਾ ਨੂੰ ਗਾਇਆ, ਸਾਰੇ ਮਨ ਚਿੰਤਿਤ ਫਲ ਪਾ ਲਈਦੇ ਨੇ। ਜਨਮ ਮਰਨ ਭੈ ਕੱਟੀਆਂ ਹੈ, ਨਿਹਚਲ ਸੱਚ ਥਾਉ। ਇੱਥੇ ਜਨਮ ਮਰਨ ਦਾ ਮਤਲਬ ਹੈ ਜਨਮ ਤੋਂ ਲੈ ਕੇ ਮਰਨ ਤੱਕ। ਭੈ ਦਾ ਮਤਲਬ ਡਰ, ਕੱਟੀਆਂ ਦਾ ਮਤਲਬ ਕੱਟੇ ਜਾਂਦੇ ਨੇ। ਨਿਹਚਲ ਸੱਚ ਥਾਉ ਦਾ ਮਤਲਬ, ਨਿਹਚਲ ਦਾ ਮਤਲਬ ਅਟਲ ਟਿਕਾਣਾ, ਸੱਚ ਦਾ ਮਤਲਬ ਸदैव, ਥਾਉ ਦਾ ਮਤਲਬ ਥਾਂ। ਤਾਂ ਜਨਮ ਤੋਂ ਲੈ ਕੇ ਮਰਨ ਤੱਕ ਦੇ ਸਾਰੇ ਸਹਿਮ ਕੱਟੇ ਜਾਂਦੇ ਨੇ। ਅਟਲ ਔਰ ਸੱਚੀ ਪਦਵੀ ਮਿਲ ਜਾਂਦੀ ਹੈ ਜੇ ਬੰਦਾ ਰੱਬੀ ਰਜ਼ਾ ਵਿੱਚ ਤੁਰਦਾ ਹੈ, ਜੇ ਬੰਦਾ ਰੱਬੀ ਸਿਫਤ ਸਲਾਹ ਕਰਦਾ ਹੈ, ਰੱਬੀ ਗੁਣ ਗਾਉਂਦਾ ਹੈ। ਤਾਂ ਜਨਮ ਤੋਂ ਲੈ ਕੇ ਮਰਨ ਤੱਕ ਜੋ ਵੀ ਜ਼ਿੰਦਗੀ ਦੇ ਅੰਦਰ ਦੁੱਖ ਨੇ, ਉਹ ਸਾਰੇ ਦੇ ਸਾਰੇ ਦੁੱਖ ਲੈ ਜਾਂਦੇ ਨੇ, ਉਹ ਸਾਰੇ ਦੇ ਸਾਰੇ ਦੁੱਖ ਕੱਟੇ ਜਾਂਦੇ ਨੇ। ਜਨਮ ਮਰਨ ਭੈ ਕੱਟੀਆਂ, ਨਿਹਚਲ ਸੱਚ ਥਾਉ, ਤੇ ਸदैवी ਟਿਕਾਣਾ ਮਿਲ ਜਾਂਦਾ ਹੈ। ਬੰਦੇ ਦਾ ਮਨ ਭਟਕਦਾ ਨਹੀਂ, ਬੰਦੇ ਦਾ ਮਨ ਸੱਚ ਦੇ ਵਿੱਚ ਸਦਾ ਸਦਾ ਵਾਸਤੇ ਜੁੜ ਜਾਂਦਾ ਹੈ। ਪੂਰਬ ਹੋਵੇ ਲਿਖਿਆ, ਹਰ ਚਰਨ ਸਮਾਉ। ਸਮਾਉ ਦਾ ਮਤਲਬ ਸਮਾਈ, ਪੂਰਬ ਦਾ ਮਤਲਬ ਮੁੱਢ ਤੋਂ ਜੋ ਬੀਤ ਗਿਆ ਸਮਾਂ। ਪ੍ਰਭੂ ਦੇ ਚਰਨਾਂ ਵਿੱਚ ਸਮਾਈ ਤਾਂ ਹੀ ਹੁੰਦੀ ਹੈ ਜੇ ਪੂਰਬ ਤੋਂ ਹੀ ਲੇਖ ਲਿਖੇ ਹੋਣ, ਸ਼ੁਰੂ ਤੋਂ ਹੀ ਲੇਖ ਲਿਖੇ ਹੋਣ ਚੰਗੇ। ਜਿਹੜਾ ਬੀਤ ਗਿਆ ਸਮਾਂ, ਜਿਵੇਂ ਹੁਣ ਅਸੀਂ ਜਿੰਨੀ ਵੀ ਜ਼ਿੰਦਗੀ ਜੀ ਚੁੱਕੇ ਹਾਂ, ਜੇ ਸਾਡੇ ਅੰਦਰ ਚੰਗੇ ਸੰਸਕਾਰ ਨੇ, ਅਸੀਂ ਚੰਗਾ ਸੋਚਿਆ ਹੈ, ਚੰਗਾ ਬੋਲਿਆ ਹੈ, ਚੰਗਾ ਬਿਹੇਵੀਅਰ ਕੀਤਾ ਹੈ, ਤਾਂ ਸਾਡਾ ਸਮਾਈ ਹੋ ਜਾਏਗੀ ਰੱਬੀ ਗੁਣਾਂ ਵਿੱਚ। ਕਿਉਂਕਿ ਬਿਹੇਵੀਅਰ ਬਣ ਗਿਆ ਨਾ, ਆਦਤ ਬਣ ਗਈ। ਜਿਹਦੀ ਜਿਹੋ ਜਿਹੀ ਆਦਤ ਬਣ ਗਈ, ਉਹ ਬੰਦਾ ਉਸੇ ਤਰ੍ਹਾਂ ਦੇ ਕਰਮ ਕਰੀ ਜਾਏਗਾ। ਤੇ ਜੇ ਬੰਦਾ ਸ਼ੁਰੂ ਤੋਂ ਹੀ ਸੱਚ ਨਾਲ, ਦਇਆ ਨਾਲ, ਪਿਆਰ ਨਾਲ, ਮੁਹੱਬਤ ਨਾਲ ਜੁੜਿਆ ਰਹੇ, ਤੇ ਆਖਿਰ ਉਹਦੀ ਬਿਰਤੀ ਇਸੇ ਤਰ੍ਹਾਂ ਦੀ ਬਣ ਜਾਂਦੀ, ਉਹ ਸੱਚ ਦੇ ਅੰਦਰ ਸਮਾ ਜਾਂਦਾ ਹੈ। ਹਰ ਕਿਰਪਾ ਪ੍ਰਭ ਰਾਖ ਲਿਹੋ, ਨਾਨਕ ਬਲ ਜਾਉ। ਇਸ ਵਾਸਤੇ ਪ੍ਰਭੂ ਅੱਗੇ ਅਰਦਾਸ ਕਰ ਮਨਾ ਕਿ ਹੇ ਪ੍ਰਭੂ ਮਿਹਰ ਕਰ, ਮੈਨੂੰ ਆਪਣੇ ਚਰਨਾਂ ਦੀ ਸ਼ਰਨ ਵਿੱਚ ਰੱਖ, ਮੈਨੂੰ ਇਹਨਾਂ ਵਿਕਾਰਾਂ ਤੋਂ ਬਚਾ। ਨਾਨਕ ਬਲ ਜਾਉਣ ਦਾ ਮਤਲਬ ਮੈਂ ਤੇਰੇ ਤੋਂ ਕੁਰਬਾਨ ਜਾਂਦਾ ਹਾਂ, ਵਾਰਣੇ ਸਦਕੇ ਜਾਂਦਾ ਹਾਂ। ਤਾਂ ਇਹਨਾਂ ਪਾਪਾਂ ਵਿਕਾਰਾਂ ਤੋਂ ਬਚਣ ਦਾ ਇੱਕੋ ਇੱਕ ਸਾਧਨ ਹੈ ਪ੍ਰਭੂ ਤੋਂ ਕੁਰਬਾਨ ਜਾਣਾ, ਬਲਿਹਾਰ ਜਾਣਾ, ਯਾਨੀ ਆਪਣੇ ਬਲ ਨੂੰ ਛੱਡ ਕੇ ਰੱਬੀ ਰਜ਼ਾ ਮੁਤਾਬਕ ਜ਼ਿੰਦਗੀ ਜੀਣੀ। ਸ਼ਲੋਕ, ਗ੍ਰਹਿ ਰਚਨਾ ਅਪਾਰੰਗ, ਮਨ ਬਿਲਾਸ ਸਵਾਦੰ ਰਸਹਿ। ਗ੍ਰਹਿ ਰਚਨਾ, ਗ੍ਰਹਿ ਰਚਨਾ ਅਪਾਰੰਗ ਦਾ ਮਤਲਬ ਘਰ ਦੀਆਂ ਬੇਅੰਤ ਸਜਾਵਟਾਂ। ਜਿਵੇਂ ਆਪਣੇ ਘਰ ਨੂੰ ਬੰਦਾ ਸਜਾਉਂਦਾ ਹੈ, ਸੰਵਾਰਦਾ ਹੈ, ਬੜੇ ਸੋਹਣੇ ਮਕਾਨ ਬਣਾਉਂਦਾ ਹੈ, ਚੰਗਾ ਸੋਹਣਾ ਡਿਜ਼ਾਈਨ ਬਣਾਉਂਦਾ ਹੈ, ਰੰਗ ਰੂਪ ਕਰਦਾ ਹੈ, ਜਾਂ ਫਰਨੀਚਰ ਵਗੈਰਾ ਲਿਆਉਂਦਾ ਹੈ, ਜਾਂ ਆਪਣੇ ਘਰ ਵਾਸਤੇ ਧਨ ਦੌਲਤ ਆਦਿਕ ਸਜਾਉਂਦਾ ਹੈ ਨਾ, ਸਾਰਾ ਕੁਛ, ਬਹੁਤ ਕੁਛ ਘਰ ਦੀਆਂ ਰਚਨਾ ਸਜਾਵਟਾਂ। ਮਨ ਬਿਲਾਸ, ਮਨ ਬਿਲਾਸ ਦਾ ਮਤਲਬ ਜਿਹੜੇ ਮਨ ਦੇ ਚਾਅ ਮਲਾਰ ਨੇ। ਸਵਾਦੰਗ ਰਸੇ ਦਾ ਮਤਲਬ ਸਵਾਦਲੇ ਪਦਾਰਥ ਔਰ ਚਸਕੇ। ਗੁਰੂ ਜੀ ਕਹਿੰਦੇ ਨੇ ਘਰ ਦੀਆਂ ਬੇਅੰਤ ਸਜਾਵਟਾਂ, ਮਨ ਦੇ ਅੰਦਰ ਹੋਰ ਬਹੁਤ ਸਾਰੇ ਚਾਅ ਮਲਾਰ, ਵਿਕਾਰ ਕਮਾਉਣ ਦੇ, ਸਵਾਦਲੇ ਪਦਾਰਥਾਂ ਦੇ ਜਿਹੜੇ ਚਸਕੇ ਨੇ, ਇਹਨਾਂ ਦੇ ਅੰਦਰ ਬੰਦਾ ਜੇ ਲੱਗਿਆ ਰਵੇ ਸਾਰਾ ਜੀਵਨ। ਕਦਾਨ ਚ ਨਹਿ ਸਿਮਰੰਤ ਨਾਨਕ, ਤੇ ਜਨ ਬਿਸ਼ਟਾ ਕ੍ਰਿਮ ਹੈ। ਹੁਣ ਜਿਹੜਾ ਬੰਦਾ ਹਰ ਵਕਤ ਘਰ ਦੀਆਂ ਸਜਾਵਟਾਂ ਵਿੱਚ ਲੱਗਾ ਹੈ, ਮਨ ਦੇ ਮੌਜ ਮੇਲੇ ਵਿੱਚ ਲੱਗਾ ਹੈ, ਵਿਸ਼ੇ ਵਿਕਾਰ ਕਮਾਉਣ ਚ, ਔਰ ਜਵਾਨ ਦੇ ਜਿਹੜੇ ਚਸਕੇ ਨੇ ਖਾਣ ਪੀਣ ਦੇ, ਉਹਨਾਂ ਚਸਕਿਆਂ ਵਿੱਚ ਲੱਗਾ ਹੈ। ਕਦਾਂਚ ਨਹੀਂ ਸਿਮਰੰਤ ਨਾਨਕ। ਕਦਾਂਚ ਦਾ ਮਤਲਬ ਕਦੇ ਵੀ, ਪਰ ਕਦੇ ਵੀ ਉਹ ਰੱਬੀ ਗੁਣਾਂ ਦੇ ਨਾਲ ਨਹੀਂ ਜੁੜਦਾ। ਉਹਦੇ ਵਿੱਚ ਸੱਚ ਨਹੀਂ, ਦਇਆ ਨਹੀਂ, ਧਰਮ ਨਹੀਂ, ਪ੍ਰੇਮ ਨਹੀਂ, ਮੁਹੱਬਤ ਨਹੀਂ, ਨਿਰਭੈਤਾ ਨਹੀਂ, ਨਿਰਵੈਰਤਾ ਨਹੀਂ, ਸੱਚ ਨਹੀਂ, ਰੱਬੀ ਰਜ਼ਾ ਨੂੰ ਫਾਲੋ ਨਹੀਂ ਕਰ ਰਿਹਾ, ਗੁਣਾਂ ਦਾ ਧਾਰਨੀ ਨਹੀਂ ਹੈ, ਤੇ 2 ਨੰਬਰ ਦੇ ਧੰਦੇ ਕਰ ਕਰਕੇ ਘਰ ਦੀਆਂ ਸਜਾਵਟਾਂ ਵਿੱਚ ਲੱਗਾ ਹੈ, ਮਨ ਦੀ ਮੌਜ ਮਸਤੀ ਵਿੱਚ ਲੱਗਾ ਹੈ, ਰਸਾਂ ਕਸਾਂ ਦੇ ਵਿੱਚ ਲੱਗਾ ਹੈ, ਤਾਂ ਗੁਰੂ ਜੀ ਕਹਿੰਦੇ ਨੇ ਤੇ ਜੰਤ ਬਿਸ਼ਟਾ ਕ੍ਰਿਮ ਹੈ। ਬਿਸ਼ਟਾ ਦਾ ਮਤਲਬ ਵਿਸ਼ਟਾ, ਕ੍ਰਿਮੇ ਦਾ ਮਤਲਬ ਕੀੜੇ। ਜੇ ਐਸੇ ਬੰਦੇ ਨੂੰ ਰੱਬ ਯਾਦ ਨਹੀਂ, ਤਾਂ ਗੁਰੂ ਜੀ ਕਹਿੰਦੇ ਨੇ ਉਹ ਗੰਦਗੀ ਦੇ ਕੀੜੇ ਨੇ। ਜਿਵੇਂ ਗੰਦਗੀ ਦੇ ਕੀੜੇ ਸਾਰੀ ਜ਼ਿੰਦਗੀ ਗੰਦਗੀ ਖਾਂਦੇ, ਗੰਦਗੀ ਵਿੱਚ ਕੁਰਬਲ ਕੁਰਬਲ ਕਰਦੇ ਨੇ ਨਾ, ਇਸੇ ਤਰ੍ਹਾਂ ਉਹਨਾਂ ਲੋਕਾਂ ਦੀ ਜੋ ਸੁਰਤ ਹੈ, ਮਾਨਸਿਕਤਾ, ਜੋ ਸੋਚ ਹੈ, ਉਹ ਗੰਦੇ ਵਿਸ਼ੇ ਵਿਕਾਰਾਂ ਦੇ ਵਿੱਚ ਹੀ ਕੁਰਬਲ ਕੁਰਬਲ ਕਰਦੀ ਰਹਿੰਦੀ। ਉਹਨਾਂ ਦੇ ਅੰਦਰ ਕਦੇ ਇਨਸਾਨੀਅਤ ਪੈਦਾ ਨਹੀਂ ਹੁੰਦੀ।
ਉਹ ਕੋਈ ਮਹਾਨ ਕਾਰਜ ਇਸ ਦੁਨੀਆ ਵਾਸਤੇ ਨਹੀਂ ਕਰ ਦਿੰਦੇ, ਸਗੋਂ ਵਿਸ਼ੇ ਵਿਕਾਰਾਂ ਦੀ ਗੰਦਗੀ ਦੇ ਅੰਦਰ ਹੀ ਜ਼ਿੰਦਗੀ ਬਿਤਾ ਦਿੰਦੇ ਨੇ। ਤਾਂ ਇੱਥੋਂ ਵੀ ਸਾਨੂੰ ਇਹਨਾਂ ਚੀਜ਼ਾਂ ਤੋਂ ਵਰਜਿਆ ਜਾ ਰਿਹਾ ਹੈ ਕਿ ਅਸੀਂ ਗੰਦਗੀ ਦੇ ਕੀੜੇ ਨਹੀਂ ਬਣਨਾ। ਅਸੀਂ ਆਪਣੇ ਘਰ ਮਕਾਨ ਬਣਾਣੇ ਨੇ, ਅਸੀਂ ਭੋਜਨ ਪਦਾਰਥ ਛਕਣੇ ਨੇ ਵਿਸ਼ੇ ਵਿਕਾਰਾਂ ਦਾ ਤਿਆਗ ਕਰਕੇ, ਸੱਚ ਨੂੰ ਆਧਾਰ ਬਣਾ ਕੇ ਰੱਬੀ ਗੁਣਾਂ ਨੂੰ ਯਾਦ ਰੱਖਣਾ ਹੈ, ਰੱਬੀ ਗੁਣਾਂ ਨੂੰ ਫੋਲੋ ਕਰਨਾ ਹੈ, ਇੰਪਲੀਮੈਂਟ ਕਰਨਾ ਹੈ। ਜੇ ਰੱਬੀ ਗੁਣਾਂ ਨੂੰ ਫੋਲੋ ਨਹੀਂ ਕਰੋਗੇ, ਸੱਚ ਨੂੰ ਫੋਲੋ ਨਹੀਂ ਕਰੋਗੇ, ਤਾਂ ਗੁਰੂ ਜੀ ਕਹਿੰਦੇ ਨੇ ਉਹ ਇਨਸਾਨ ਵਿਸ਼ਟਾ ਦਾ ਕੀੜਾ ਬਣ ਜਾਏਗਾ, ਗੰਦਗੀ ਦਾ ਕੀੜਾ। ਹਰ ਵਕਤ ਗੰਦਗੀ ਬਾਰੇ ਸੋਚਣਾ, ਗੰਦੇ ਬੋਲ ਬੋਲਣੇ, ਗੰਦੇ ਕਰਮ ਕਰਨੇ। ਮੁੱਚ ਅਡੰਬਰ ਹਬ ਕਹੇ ਮੰਜ ਮੁਹੱਬਤ ਨਹਿ। ਮੁੱਚ ਦਾ ਮਤਲਬ ਵੱਡਾ, ਮੁੱਚ ਦਾ ਮਤਲਬ ਵੱਡਾ, ਮੁੱਚ ਅਡੰਬਰ ਦਾ ਮਤਲਬ ਵੱਡਾ ਖਲਾਰਾ, ਸੱਜ ਧੱਜ। ਹਬ ਕਹੇ ਦਾ ਮਤਲਬ ਹਰੇਕ ਸ਼ੈ, ਮੰਜ ਦਾ ਮਤਲਬ ਵਿੱਚ, ਨਹੀਂ ਦਾ ਮਤਲਬ ਪਿਆਰ। ਬੜੀ ਸੱਜ ਧੱਜ ਹੋਵੇ। ਹਬ ਕਹੇ ਦਾ ਮਤਲਬ ਹਰ ਸ਼ੈ ਮਿਲੀ ਹੋਵੇ। ਮੰਜ ਮੁਹੱਬਤ, ਮੰਜ ਦਾ ਮਤਲਬ ਵਿੱਚ, ਹਿਰਦੇ ਵਿੱਚ ਇਹਨਾਂ ਦੁਨਿਆਵੀ ਪਦਾਰਥਾਂ ਦੀ ਮੁਹੱਬਤ ਔਰ ਖਿੱਚ ਹੋਵੇ, ਯਾਨੀ ਬੜੀ ਸੱਜ ਧੱਜ ਹੋਵੇ, ਮਕਾਨਾਂ ਦੀ, ਜੀਵਨ ਦੀ, ਮੇਕਅਪ ਬੜਾ ਕੀਤਾ ਹੋਵੇ, ਗਹਿਣੇ ਗੱਟੇ ਪਾਏ ਹੋਣ, ਚੰਗੇ ਬ੍ਰਾਂਡਡ ਕੱਪੜੇ ਪਾਏ ਹੋਣ, ਔਰ ਇਹਨਾਂ ਚੀਜ਼ਾਂ ਦੇ ਨਾਲ ਬੰਦੇ ਦੀ ਮੁਹੱਬਤ ਵੀ ਹੋਵੇ, ਸਾਰੀਆਂ ਇਹਨਾਂ ਚੀਜ਼ਾਂ ਨਾਲ ਮੁਹੱਬਤ ਹੋਵੇ। ਜੋ ਸਾਈਂ ਜੈ ਵਿਸਰੈ, ਜੈ ਦਾ ਮਤਲਬ ਜਿਸ ਬੰਦੇ ਨੂੰ, ਨਾਨਕ ਸੋ ਤਨ ਖੇ, ਪਰ ਜਿਸ ਨੂੰ ਸਾਈਂ ਦੀ ਯਾਦ ਭੁੱਲ ਗਈ ਹੈ ਨਾ, ਜਿਹਨੂੰ ਰੱਬ ਭੁੱਲ ਗਿਆ, ਰੱਬੀ ਗੁਣ ਭੁੱਲ ਗਏ ਨੇ, ਰੱਬੀ ਗੁਣ ਜੋ ਮੂਲ ਮੰਤਰ ਵਿੱਚ ਦੱਸੇ ਨੇ, ਜਿਹਨੂੰ ਉਹ ਭੁੱਲ ਗਏ ਨੇ, ਸੋ ਤਨ ਖੇ, ਗੁਰੂ ਜੀ ਕਹਿੰਦੇ ਨੇ ਉਸ ਤਨ ਨੂੰ ਸਵਾਹ ਸਮਝ, ਸਵਾਹ ਦੇ ਬਰਾਬਰ ਹੈ ਉਹ ਤਨ। ਸੱਜ ਧੱਜ ਬੜੀ ਹੈ, ਅਡੰਬਰ ਬੜਾ ਹੈ, ਖਲਾਰਾ ਬੜਾ ਹੈ, ਘਰ ਦਾ ਡਿਜ਼ਾਈਨ ਬੜਾ ਵਧੀਆ ਹੈ, ਮਕਾਨ ਬੜਾ ਕੀਮਤੀ ਹੈ, ਕੱਪੜੇ ਬ੍ਰਾਂਡਡ ਪਾਏ, ਕੀਮਤੀ ਤੋਂ ਕੀਮਤੀ ਘੜੀਆਂ, ਕੀਮਤੀ ਤੋਂ ਕੀਮਤੀ ਫੋਨ, ਕੀਮਤੀ ਤੋਂ ਕੀਮਤੀ ਹੀਰੇ ਜਵਾਹਰਾਤਾਂ ਦੀਆਂ ਮਾਲਾਵਾਂ ਪਾਈਆਂ ਨੇ, ਔਰ ਇਹਨਾਂ ਚੀਜ਼ਾਂ ਦੇ ਵਿੱਚ ਪ੍ਰੀਤ ਹੈ। ਇਹੀ ਜ਼ਿੰਦਗੀ ਦਾ ਗੋਲ ਹੈ। ਰੱਬ ਦੇ ਗੁਣ ਭੁੱਲੇ ਨੇ, ਅੰਦਰ ਮਸਤਕ ਦੇ ਅੰਦਰ, ਮਨ ਦੇ ਅੰਦਰ ਗੁਣਾਂ ਵਾਸਤੇ ਰੰਚਕ ਮਾਤਰ ਵੀ ਪ੍ਰੀਤ ਨਹੀਂ, ਤਾਂ ਗੁਰੂ ਜੀ ਕਹਿੰਦੇ ਨੇ ਉਹ ਸਜੇ ਤਜੇ ਔਰ ਸਾਰੇ ਅਡੰਬਰ ਨੂੰ ਰਾਖ ਸਮਝੋ, ਸਵਾਹ ਸਮਝੋ, ਸਵਾਹ ਦੇ ਬਰਾਬਰ ਹੈ। ਜਿਹਦੇ ਤੋਂ ਕਿਸੇ ਨੂੰ ਲਾਭ ਹੀ ਨਹੀਂ, ਜਿੱਥੇ ਕੋਈ ਇਨਸਾਨੀਅਤ ਹੀ ਨਹੀਂ ਹੈ, ਤਾਂ ਉਹ ਸਵਾਹ ਦੇ ਬਰਾਬਰ ਹੈ। ਪੌੜੀ, ਸੁੰਦਰ ਸੇਜ ਅਨੇਕ ਸੁਖ ਰਸ ਭੋਗਣ ਪੂਰੇ। ਪੂਰੇ ਦਾ ਮਤਲਬ ਮੁਕੰਮਲ, ਸੇਜ ਦਾ ਮਤਲਬ ਸੇਜਾ ਬਿਸਤਰੇ, ਜਿਵੇਂ ਆ ਬੈੱਡ ਵਗੈਰਾ ਨੇ ਸਾਡੇ, ਸੋਹਣੀ ਸੇਜ ਮਿਲੀ ਹੋਵੇ, ਅਨੇਕ ਸੁਖ, ਅਨੇਕਾਂ ਸੁਖ ਮਿਲੇ ਹੋਣ ਸਰੀਰਕ। ਰਸ ਭੋਗਣ ਪੂਰੇ ਦਾ ਮਤਲਬ ਸਭ ਕਿਸਮ ਦੇ ਸਵਾਦ ਲਈ ਭੋਗ ਭੋਗਣ ਨੂੰ ਮਿਲੇ ਹੋਣ। ਬਸ ਆਰਡਰ ਕਰਦਾ ਹੋਵੇ ਤੇ ਘਰ ਦੇ ਅੰਦਰ ਕੀਮਤੀ ਤੋਂ ਕੀਮਤੀ ਭੋਜਨ ਆ ਜਾਂਦਾ ਹੋਵੇ, ਚੰਗੇ ਤੋਂ ਚੰਗੇ ਬੈੱਡ ਬਿਸਤਰੇ ਹੋਣ, ਚੰਗੀ ਸੇਜਾ ਮਿਲੀ ਹੋਵੇ, ਅਨੇਕਾਂ ਸੁਖ ਹੋਣ, ਸਾਰੇ ਸੁਖਾਂ ਦੇ ਸਾਧਨ ਕੋਲ ਮੌਜੂਦ ਹੋਣ, ਔਰ ਭੋਗ ਪਦਾਰਥ ਮਿਲੇ ਹੋਣ। ਗ੍ਰਹਿ ਸੋਇਨ ਚੰਦਨ ਸੁਗੰਧ ਲਾਏ ਮੋਤੀ ਹੀਰੇ। ਗ੍ਰਹਿ ਸੋਇਨ ਦਾ ਮਤਲਬ ਘਰ ਸੋਨੇ ਦਾ ਹੋਵੇ, ਸੋਨੇ ਦੀਆਂ ਇੱਟਾਂ ਦਾ ਘਰ ਬਣਿਆ ਹੋਵੇ, ਚੰਦਨ ਸੁਗੰਧ ਤੇ ਚੰਦਨ ਆਦਿਕ ਦੀ ਖੁਸ਼ਬੂ ਆਉਂਦੀ ਹੋਵੇ ਮਕਾਨ ਚੋਂ ਵੀ, ਤੇ ਆਪਣੇ ਤੇ ਵੀ ਕੀਮਤੀ ਇਤਰ ਫੁਲੈਲ ਔਰ ਪਰਫਿਊਮ ਲਗਾਏ ਹੋਣ। ਲਾਏ ਮੋਤੀ ਹੀਰੇ, ਤੇ ਇਹਨਾਂ ਮਕਾਨਾਂ ਦੇ ਵਿੱਚ ਮੋਤੀ ਔਰ ਹੀਰੇ ਜੜੇ ਹੋਣ, ਸੋਨੇ ਦੇ ਮਕਾਨ ਬਣੇ ਹੋਣ, ਚੰਦਨ ਸੁਗੰਧ ਉਹਨਾਂ ਦੇ ਵਿੱਚ ਛਿੜਕਾਵ ਕੀਤਾ ਹੋਵੇ, ਮੋਤੀ ਔਰ ਹੀਰੇ ਉਹਨਾਂ ਮਕਾਨਾਂ ਦੇ ਅੰਦਰ ਜੜੇ ਹੋਣ। ਮਨ ਇੱਛੇ ਸੁਖ ਮਾਣਦਾ ਕਿਛ ਨਾਹੇ ਵਿਸੂਰੇ। ਵਿਸੂਰੇ ਦਾ ਮਤਲਬ ਚਿੰਤਾ, ਘਾਟਾ, ਕਮੀ, ਔਰ ਮਨ ਮੰਨੀਆਂ ਬੰਦਾ ਮੌਜਾਂ ਮਾਣਦਾ ਹੋਵੇ, ਜਿਹੜੇ ਮਨ ਦੇ ਸੁੱਖ ਨੇ ਉਹਨਾਂ ਸਾਰਿਆਂ ਨੂੰ ਮਾਣਦਾ ਹੋਵੇ, ਜੋ ਜੋ ਚਾਹੁੰਦਾ ਉਹ ਸਾਰੇ ਸੁੱਖ ਮਾਣਦਾ ਹੋਵੇ, ਮਨ ਵਿੱਚ ਕੋਈ ਝੋਰਾ ਨਾ ਹੋਵੇ, ਕੋਈ ਫਿਕਰ ਨਾ ਹੋਵੇ। ਪਰ ਗੁਰੂ ਜੀ ਕਹਿੰਦੇ ਨੇ ਸੋ ਪ੍ਰਭ ਚਿਤ ਨਾ ਆਵੇ ਵਿਸ਼ਟਾ ਕੇ ਕੀਰੇ। ਜੇ ਐਸੇ ਇਨਸਾਨ ਦੇ ਚਿੱਤ ਦੇ ਅੰਦਰ ਰੱਬ ਨਹੀਂ, ਰੱਬੀ ਗੁਣ ਨਹੀਂ, ਜੇ ਅੰਦਰ ਇਨਸਾਨੀਅਤ ਨਹੀਂ, ਤਾਂ ਗੁਰੂ ਜੀ ਕਹਿੰਦੇ ਨੇ ਉਹਨੂੰ ਵਿਸ਼ਟਾ ਦਾ ਕੀੜਾ ਸਮਝੋ, ਗੰਦਗੀ ਦਾ ਕੀੜਾ ਹੈ। ਉਹ ਇਸ ਸਮਾਜ ਦਾ ਕੁਝ ਸਵਾਰੇਗਾ ਨਹੀਂ। ਜਿਹਦੇ ਅੰਦਰੋਂ ਇਨਸਾਨੀਅਤ ਭੁੱਲੀ ਹੋਈ ਹੈ,
ਜਿਹਦੀ ਸੋਚ ਦੇ ਅੰਦਰ ਇੱਕ ਵੀ ਗੁਣ ਨਹੀਂ ਹੈ, ਜਿਹਦੇ ਅੰਦਰ ਦਇਆ ਨਹੀਂ ਹੈ, ਪਿਆਰ ਨਹੀਂ ਹੈ, ਇਨਸਾਨੀਅਤ ਨਹੀਂ ਹੈ, ਉਹਦੇ ਸੋਨੇ ਦੇ ਵੀ ਘਰ ਬਣੇ ਹੋਣ, ਉਹਦੇ ਵਿੱਚ ਹੀਰੇ ਮੋਤੀ ਵੀ ਜੜੇ ਹੋਣ, ਉਥੋਂ ਸੁਗੰਧੀਆਂ ਵੀ ਉੱਠਦੀਆਂ ਹੋਣ, ਪਰ ਜਿਹੜੀ ਉਹਦੇ ਅੰਦਰੋਂ ਗੈਰ ਇਨਸਾਨੀਅਤ ਦੀ ਬਦਬੂ ਆ ਰਹੀ ਹੈ, ਉਹਨੂੰ ਕੌਣ ਮਿਟਾਏਗਾ? ਉਹ ਗੰਦਗੀ ਦਾ ਕੀੜਾ ਹੀ ਹੈ, ਕਿਉਂਕਿ ਉਹ ਸਮਾਜ ਦੇ ਅੰਦਰ ਗੰਦਗੀ ਫੈਲਾਏਗਾ ਜਿਹਦੇ ਅੰਦਰ ਗੁਣ ਨਹੀਂ। ਇਹ ਗੱਲ ਯਾਦ ਰੱਖਣਾ, ਇਹ ਗੱਲ ਨਾਲ ਕਹੀ ਜਾ ਰਹੀ ਹੈ ਕਿ ਜਿਹਨੇ ਰੱਬ ਨੂੰ ਗੁਣਾਂ ਨੂੰ ਭੁਲਾ ਦਿੱਤਾ ਹੈ, ਉਹ ਗੰਦਗੀ ਦਾ ਕੀੜਾ ਹੈ। ਮਲਕ ਭਾਗੋ ਦੀ ਤਰ੍ਹਾਂ ਹੋਏਗਾ, ਉਹਦੇ ਘਰ ਦੇਸੀ ਘਿਓ ਦੇ ਪੂੜੇ ਤਲੇ ਹੋਣਗੇ, ਉੱਥੇ ਤਸਮਈ ਬਣੀ ਹੋਏਗੀ, ਉੱਥੇ ਦਹੀਂ ਭੱਲੇ ਹੋਣਗੇ, ਬਹੁਤ ਖਾਣ ਪੀਣ ਵਾਸਤੇ ਪਦਾਰਥ ਹੋਣਗੇ, ਉੱਥੇ ਚੰਗੇ ਚੰਗੇ ਬੈੱਡ ਹੋਣਗੇ, ਲੇਕਿਨ ਉਹਨਾਂ ਦੇ ਵਿੱਚ ਰਹਿਣ ਵਾਲਾ ਕੌਣ ਹੋਏਗਾ? ਗੰਦਗੀ ਦਾ ਕੀੜਾ, ਜੋ ਬੇਗਾਨੇ ਹੱਕ ਖਾਂਦਾ ਹੋਏਗਾ, ਜੋ ਲੋਕਾਂ ਦਾ ਖੂਨ ਚੂਸਦਾ ਹੋਏਗਾ। ਅਗਲਾ ਬਚਨ ਕਰਦੇ ਨੇ, ਬਿਨ ਹਰ ਨਾਮ ਨਾ ਸ਼ਾਂਤ ਹੋਏ, ਕਿਤ ਬਿਦ ਮਨ ਧੀਰੇ। ਹਰ ਨਾਮ ਦਾ ਮਤਲਬ ਰੱਬੀ ਸਿਫਤ ਸਲਾਹ। ਗੁਰੂ ਜੀ ਕਹਿੰਦੇ ਨੇ ਰੱਬੀ ਸਿਫਤ ਸਲਾਹ ਤੋਂ ਬਿਨਾ ਸ਼ਾਂਤੀ ਨਹੀਂ ਮਿਲਦੀ। ਕਿਤ ਬਿਦ ਮਨ ਧੀਰੇ, ਕਿਸੇ ਵੀ ਢੰਗ ਦੇ ਨਾਲ ਮਨ ਧੀਰਜ ਨਹੀਂ ਫੜਦਾ, ਕਦੇ ਵੀ ਮਨ ਨੂੰ ਧੀਰਜ ਨਹੀਂ ਹੁੰਦਾ, ਕਦੇ ਵੀ ਮਨ ਨੂੰ ਸ਼ਾਂਤੀ ਨਹੀਂ ਆਉਂਦੀ, ਜੇਕਰ ਰੱਬੀ ਗੁਣ ਮਨ ਦੇ ਅੰਦਰ ਨਹੀਂ ਹਨ। ਮਨ ਬਚਨ ਕਰਮ ਕਰਕੇ ਜੇ ਗੁਣਾਂ ਦਾ ਕੋਈ ਧਾਰਨੀ ਨਹੀਂ ਹੈ ਤਾਂ ਜੀਵਨ ਵਿੱਚ ਸ਼ਾਂਤੀ ਨਹੀਂ ਆਏਗੀ। ਕਦੇ ਵੀ ਐਸਾ ਨਹੀਂ ਹੋਇਆ ਕਿ ਕੋਈ ਬੰਦਾ ਹੁਣ ਇਹ ਕਹਿ ਦਵੇ ਕਿ ਮੈਨੂੰ ਹੋਰ ਨਹੀਂ ਚਾਹੀਦਾ, ਇੰਨਾ ਕੁਛ ਬਹੁਤ ਹੈ। ਕਦੇ ਵੀ ਸ਼ਾਂਤ ਨਹੀਂ ਹੁੰਦਾ। ਤ੍ਰਿਸ਼ਨਾ ਬਿਰਲੇ ਹੀ ਕੀ ਬੁੱਝੀ ਹੈ, ਕੋਟ ਜੋਰੇ ਲਾਖ ਕਰੋੜੇ, ਮਨ ਨਾ ਹੋ ਰਹਿ ਪਰੇ ਪਰੇ ਹੀ ਕੋ ਲੁੱਝੀ ਹੈ। ਜਿਨ੍ਹਾਂ ਦੀ ਜ਼ਿੰਦਗੀ ਦੇ ਅੰਦਰ ਤ੍ਰਿਸ਼ਨਾ ਆ ਜਾਂਦੀ ਹੈ, ਉਹ ਪਰੇ ਪਰੇ ਨੂੰ ਲੁੱਝਦੇ ਨੇ, ਉਹ ਕਦੇ ਵੀ ਸ਼ਾਂਤ ਨਹੀਂ ਹੁੰਦੇ। ਤਾਂ ਇਹਦਾ ਮਤਲਬ ਇੱਥੇ ਕਦਾਚਿਤ ਇਹ ਨਹੀਂ ਕਿ ਤੁਸੀਂ ਆਪਣੇ ਮਕਾਨ ਕੀਮਤੀ ਨਾ ਬਣਾਓ, ਕੱਪੜੇ ਕੀਮਤੀ ਨਾ ਪਾਓ। ਗੱਲ ਗੁਣਾਂ ਦੀ ਹੈ। ਗੁਣ ਨਹੀਂ ਭੁੱਲਣੇ ਚਾਹੀਦੇ, ਸੱਚ ਨਹੀਂ ਭੁੱਲਣਾ ਚਾਹੀਦਾ। ਮਨ ਬਚਨ ਔਰ ਕਰਮ ਕਰਕੇ ਸੱਚ ਦਾ ਤਿਆਗ ਨਹੀਂ ਕਰਨਾ। ਮਨ ਬਚਨ ਕਰਮ ਕਰਕੇ ਸੱਚ ਦੇ ਧਾਰਨੀ ਹੋਣਾ ਹੈ। ਆਪਣੀ ਜ਼ਿੰਦਗੀ ਦਾ ਗੋਲ ਸਚਿਆਰਤਾ ਨੂੰ ਬਣਾ ਕੇ ਰੱਖਣਾ ਹੈ। ਇਹ ਗੱਲ ਯਾਦ ਰੱਖਣੀ ਹੈ ਕਿ ਉਹ ਸਚਿਆਰਾ ਹੋਈ ਹੈ। ਉਹਦੇ ਵਾਸਤੇ ਹੁਕਮ ਯਾਦ ਰੱਖਣਾ ਹੈ, ਹੁਕਮ ਰਜ਼ਾਈ ਜੋ ਚੱਲੇ ਸੋ ਪਵੇ ਖਜ਼ਾਨੇ। ਹੁਕਮ ਰਜ਼ਾਈ ਚੱਲਣਾ ਹੈ, ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ, ਜੋ ਸ਼ੁਰੂ ਤੋਂ ਚੱਲਿਆ ਆ ਰਿਹਾ ਹੈ। ਜੇ ਅਸੀਂ ਇਹਨਾਂ ਚੀਜ਼ਾਂ ਦੇ ਧਾਰਨੀ ਹੁੰਦੇ ਹਾਂ ਤਾਂ ਸਾਡਾ ਜੀਵਨ ਸਫਲਾ ਹੈ, ਤੇ ਜੇ ਅਸੀਂ ਇਹਨਾਂ ਚੀਜ਼ਾਂ ਨੂੰ ਤਿਆਗ ਦਿੰਦੇ ਹਾਂ ਤਾਂ ਫਿਰ ਸਾਡੇ ਜੀਵਨ ਦੇ ਅੰਦਰ ਸੁੱਖ ਔਰ ਸ਼ਾਂਤੀ ਕਦੇ ਵੀ ਨਹੀਂ ਆ ਸਕਦੀ। ਗੁਰੂ ਜੀ ਰਹਿਮਤ ਔਰ ਬਖਸ਼ਿਸ਼ ਕਰਨ। ਅਸੀਂ ਗੁਰੂ ਪਾਤਸ਼ਾਹ ਜੀ ਦੀ ਪਾਵਨ ਬਾਣੀ ਨੂੰ ਆਪ ਪੜ੍ਹੀਏ, ਗੁਰਬਾਣੀ ਨੂੰ ਵਿਚਾਰੀਏ, ਔਰ ਗੁਰਬਾਣੀ ਨੂੰ ਵਿਚਾਰ ਕੇ ਗੁਰਬਾਣੀ ਮੁਤਾਬਕ ਜ਼ਿੰਦਗੀ ਜੀ ਕੇ ਆਪਣੇ ਜੀਵਨ ਨੂੰ ਸਫਲ ਕਰੀਏ, ਔਰ ਇਸ ਸੰਸਾਰ ਔਰ ਸਮਾਜ ਨੂੰ ਵੀ ਸੋਹਣਾ, ਸੁਹਾਵਣਾ ਔਰ ਸਵਰਗ ਵਿੱਚ ਬਦਲਣ ਦਾ ਯਤਨ ਕਰੀਏ, ਔਰ ਗੁਰੂ ਪਾਤਸ਼ਾਹ ਜੀ ਦੀ ਇਸ ਪਾਵਨ ਵਿਚਾਰਧਾਰਾ ਨੂੰ ਸੰਸਾਰ ਦੇ ਆਖਰੀ ਮਨੁੱਖ ਤੱਕ ਪਹੁੰਚਾਉਣ ਦਾ ਯਤਨ ਕਰੀਏ। ਇਹ ਸਾਡਾ ਹੱਕ ਵੀ ਹੈ ਔਰ ਸਾਡਾ ਫਰਜ਼ ਵੀ ਹੈ। ਤਾਂ ਅੱਜ ਦੀ ਜੋ ਵਿਚਾਰ ਹੈ ਉਹ ਮੈਂ ਇੱਥੇ ਸਮਾਪਤ ਕਰਦਾ ਜੀ। ਅੱਜ ਦੀ ਇਸ ਵਿਚਾਰ ਵਿੱਚ ਜੇ ਕਿਸੇ ਵੀਰ ਭੈਣ ਦਾ ਕੋਈ ਛੋਟਾ ਮੋਟਾ ਸਵਾਲ ਹੈ, ਆਪ ਸਵਾਲ ਕਰ ਸਕਦੇ ਹੋ। ਜੇ ਕਿਸੇ ਵੀਰ ਭੈਣ ਨੇ ਆਪਣੇ ਵਿਊਜ਼ ਦੇਣੇ ਨੇ ਤਾਂ ਅਨਮਿਊਟ ਹੋ ਕੇ ਵਿਊਜ਼ ਦੇ ਸਕਦੇ ਹੋ। ਕਲਾਸ ਦੀ ਅਗਲੀ ਕਾਰਵਾਈ ਵੀਰ ਤਰਲੋਚਨ ਸਿੰਘ ਜੀ ਕਰ ਰਹੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।